ਪਹਿਲੇ ਵਿਦਿਆ ਚਾਨਣ ਹੋਏ ਦੇ ਇਸ ਵਿਲੱਖਣ ਪ੍ਰੋਗਰਾਮ ਦੇ ਵਿੱਚ ਮੈਂ ਸੁਰਿੰਦਰ ਸਿੰਘ ਅਤੇ ਬੀਬੀ ਜਸਬੀਰ ਕੌਰ ਤੁਹਾਡਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸੱਚੇ ਪਾਤਸ਼ਾਹ ਸਾਨੂੰ ਦੇ ਕੇ ਗਏ ਨੇ, ਸਾਨੂੰ ਗੁਰੂ ਸਾਹਿਬ ਦੇ ਲੜ ਲਾ ਕੇ ਗਏ ਨੇ। ਗੁਰੂ ਗ੍ਰੰਥ ਸਾਹਿਬ ਸਾਡਾ ਹਾਜ਼ਰ ਨਾਜ਼ਰ ਗੁਰੂ ਹੈ ਅਤੇ ਉਸ ਦੇ ਵਿੱਚ ਦਰਜ ਵੱਖ-ਵੱਖ ਗੁਰੂ ਸਾਹਿਬਾਨ, ਭਗਤਾਂ ਅਤੇ ਭੱਟਾਂ ਦੀ ਜਿਹੜੀ ਬਾਣੀ ਹੈ ਉਹਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਵਿਚਾਰ ਚਰਚਾ ਕਰ ਰਹੇ ਹਾਂ। ਸੋ ਬੀਬੀ ਜਸਬੀਰ ਕੌਰ ਹੋਰੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਬੀਬੀ ਜੀ, ਤੁਹਾਡਾ ਵੀ ਸਵਾਗਤ ਕਰਦਾ ਅਤੇ ਸਾਰੇ ਦਰਸ਼ਕ ਨੇ ਉਹ ਵੀ ਤੁਹਾਡਾ ਸਵਾਗਤ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਿਚਾਰ ਚਰਚਾ ਦੇ ਉਸ ਪੱਧ 'ਤੇ ਹਾਂ ਜਿੱਥੇ ਮੈਨੂੰ ਲੱਗਦਾ ਕਿ ਕਾਫੀ ਕੁਛ ਗੱਲਾਂ ਇੱਦਾਂ ਦੀਆਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਪਹਿਲੀ ਵਾਰ ਪਤਾ ਲੱਗਦਾ, ਕਿਸੇ ਦਰਸ਼ਕ ਨੂੰ ਪਹਿਲੀ ਵਾਰ ਪਤਾ ਲੱਗਦੀ ਹੈ। ਵੈਸੇ ਤਾਂ ਮਹਾਨ ਨੇ, ਉਹ ਜਾਣਦੇ ਨੇ ਸਾਰਾ ਕੁਛ। ਗੁਰਬਾਣੀ 'ਤੇ ਚਰਚਾ ਜਿਹੜੀ ਹੈ ਉਹ ਜਿੱਥੇ ਸਾਡੇ ਗੁਰੂ ਸਾਹਿਬ ਦੀ ਵਿਦਵਤਾ, ਉਹਨਾਂ ਦੀ ਮਹਾਨਤਾ ਅਤੇ ਉਹਨਾਂ ਦੇ ਇਸ ਜੋ ਵਰਤਾਰਾ ਹੈ ਸਾਰਾ ਪ੍ਰਿਥਵੀ ਖੰਡ ਬ੍ਰਹਿਮੰਡ, ਉਹਨਾਂ ਦੇ ਨਾਲ ਇੱਕਮਿਕ ਹੋਣ ਬਾਰੇ ਸਾਨੂੰ ਥਾਹ ਪਾਉਂਦੀ ਹੈ ਉਹ ਚਰਚਾ ਕਿ ਹਾਂ ਉਹ ਕਿੱਡਾ ਮਹਾਨ ਕਾਰਜ ਕਰਕੇ ਗਏ ਨੇ ਸਾਡੇ ਲਈ। ਸੋ ਉਸ ਕਾਰਜ ਨੂੰ ਜਿੰਨੀ ਵਾਰੀ ਅਸੀਂ ਸਲਾਹੀਏ, ਜਿੰਨੀ ਵਾਰੀ ਅਸੀਂ ਉਸ ਦੇ ਉੱਤੇ ਗੱਲਬਾਤ ਕਰੀਏ, ਅਸੀਂ ਆਪਸ ਦੇ ਵਿੱਚ ਚਰਚਾ ਕਰੀਏ, ਓਨਾ ਹੀ ਉਹ ਹੋਰ ਵਿਆਪਕ ਅਰਥ ਗ੍ਰਹਿਣ ਕਰਦੀ ਜਾਂਦੀ ਹੈ ਉਹ ਚੀਜ਼। ਹਾਂਜੀ, ਸੋ ਕੱਲ੍ਹ ਵੀ ਅਸੀਂ ਗੱਲਬਾਤ ਕੀਤੀ ਇਸ ਦੇ ਉੱਤੇ। ਉਸੇ ਗੱਲ ਦੇ ਵਿੱਚ ਇੱਕ ਦੂਜੀ ਭਾਵ ਵਾਲੀ ਜਿਹੜੀ ਪੌੜੀ ਹੈ ਉਸ ਤੋਂ ਅੱਗੇ ਆਖਣ ਜ਼ੋਰ ਵਾਲੀ ਗੱਲ ਆ ਜਾਂਦੀ ਹੈ, ਹੈ ਨਾ। ਜ਼ੋਰ ਬਾਰੇ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੇ। ਆਖਣ ਜ਼ੋਰ, ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੂਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਇਹ ਬਹੁਤ ਹੈ ਤਾਂ ਭੌਤਿਕ ਜਗਤ ਨਾਲ ਜੁੜੀ ਹੋਈ, ਪਰ ਇਹ ਉੱਤੋਂ ਲੱਗਦਾ ਜਦੋਂ ਪੜ੍ਹੀਏ ਆਪਾਂ, ਪਰ ਮਾਨਸਿਕ ਤੌਰ ਦੇ ਉੱਤੇ ਸਾਨੂੰ ਤਿਆਰ ਵੀ ਕਰ ਰਹੇ ਨੇ, ਸਾਨੂੰ ਸਮਝਾ ਵੀ ਰਹੇ ਨੇ। ਮੈਨੂੰ ਇਸ ਤਰ੍ਹਾਂ ਜਾਪਦਾ। ਜੀ ਹਾਂ, ਕਿਉਂਕਿ ਸਾਰੀ ਬਾਣੀ ਅਸੀਂ ਪਹਿਲੇ ਵੀ ਬਹੁਤ ਵਾਰੀ ਅਰਜ਼ ਕੀਤਾ ਔਰ ਸਾਹਿਬ ਨੇ ਬਾਰ-ਬਾਰ ਤਾਕੀਦ ਕੀਤੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਸਾਰੀ ਬਾਣੀ ਮਨ ਵਾਸਤੇ ਹੈ ਅਤੇ ਮਨ ਦੇ ਵਿੱਚ ਬਹੁਤ ਸਮਰੱਥਾ ਹੈ, ਅਥਾਹ ਸ਼ਕਤੀ ਹੈ ਮਨ ਦੇ ਅੰਦਰ। ਯੁੱਧ ਲੜਨੇ ਹੋਣ ਜਾਂ ਉਹਨੇ ਪੜ੍ਹਨਾ ਹੋਏ ਜਾਂ ਉਹਨੇ ਸਮਾਧੀਆਂ ਲਾਉਣੀਆਂ ਹੋਣ, ਖਾਣੇ ਬਣਾਉਣੇ ਹੋਣ, ਸਰੀਰ ਨੂੰ, ਹਰ ਚੀਜ਼ ਮਨ ਤੋਂ ਚੱਲਦੀ ਹੈ ਔਰ ਮਨ ਦੇ ਕੋਲ ਅਥਾਹ ਸ਼ਕਤੀ ਹੈ। ਉਸ ਜ਼ੋਰ ਦਾ ਇੱਥੇ ਗੱਲ ਹੈ। ਜ਼ੋਰ ਜਦੋਂ ਸਾਹਿਬ ਨੇ ਮੰਨਿਆ, ਕਿਉਂਕਿ ਜਿਹੜੇ ਜੋਗੀ ਜਾਂ ਰਹਿਬਰ ਜਾਂ ਬਣ ਜਾਂਦੇ ਲੋਕੀ ਬਾਬੇ, ਉਹ ਕਹਿੰਦੇ ਸਾਡੇ ਕੋਲ ਬਹੁਤ ਤਾਕਤ ਹੈ, ਵੀ ਤੁਹਾਨੂੰ ਅਸੀਂ ਤਾਕਤ ਨਾਲ ਆ ਕੁਛ ਵੀ ਦੇ ਦਾਂਗੇ। ਕਈ ਦੇ ਵੀ ਸਕਦੇ ਨੇ, ਭਗਤੀ ਨਾਲ ਤਾਕਤ ਹੁੰਦੀ ਹੈ, ਪਰ ਸਾਹਿਬ ਸਮਝਾਉਂਦੇ ਆ। ਸਿਆਣਾ ਬਾਪ ਅਤੇ ਸਿਆਣਾ ਟੀਚਰ ਆਪਣੇ ਬੱਚੇ ਨੂੰ ਹਮੇਸ਼ਾ ਅਗਾਹ ਕਰਦਾ ਹੈ ਕਿ ਤੂੰ ਤੁਰਨਾ ਹੈ, ਪਰ ਯਾਦ ਰੱਖੀ। ਜਿਹੜੇ ਸਿਆਣੇ ਮਾਂ ਬਾਪ ਨਹੀਂ ਹੁੰਦੇ, ਉਹ ਆਪਣੇ ਬੱਚੇ ਨੂੰ ਟਾਈਮ ਰਹਿੰਦੇ ਨਹੀਂ ਟੋਕਦੇ, ਉਹਨੂੰ ਟਾਈਮ ਰਹਿੰਦੇ ਗਾਈਡ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਕੋਲ ਉਹ ਤਾਕਤ ਨਹੀਂ ਹੁੰਦੀ। ਇੱਦਾਂ ਸਾਨੂੰ ਸਾਹਿਬ ਸਾਡੇ, ਕਿਉਂਕਿ ਸਰਬ ਕਲਾ ਸਮਰੱਥ ਨੇ, ਸਰਬ ਕਲਾ ਸਮਰੱਥ। ਹੁਣ ਪੁਰਾਣੇ ਮੈਂ ਸੁਣਿਆ ਹੋਇਆ ਇੱਦਾਂ ਕਹਾਣੀਆਂ 'ਚੋਂ ਜਾਂ ਵੱਡਿਆਂ ਤੋਂ ਕਿ ਫਲਾਣਾ 16 ਕਲਾ ਸਮਰੱਥ ਸੀ, ਫਲਾਣੇ ਕੋਲ ਇੰਨੀਆਂ ਕਲਾ ਸੀ, ਜਿਹੜੇ ਦੇਵਤੇ ਹੁੰਦੇ, ਜੋ ਵੀ ਹੁੰਦਾ। ਪਰ ਗੁਰੂ ਮਹਾਰਾਜ ਸਰਬ ਕਲਾ ਸਮਰੱਥ ਨੇ, ਸਭ ਕੁਛ ਕਰ ਸਕਦੇ। ਸਰਬ ਕਲਾ ਭਰਪੂਰ, ਸਰਬ ਕਲਾ ਭਰਪੂਰ ਵੀ ਕਹਿੰਦੇ, ਸਰਬ ਕਲਾ ਸਮਰੱਥ ਵੀ ਕਹਿੰਦੇ। ਸੋ ਉਹ ਸਾਨੂੰ ਜਦੋਂ ਸਮਝਾ ਰਹੇ ਆ, ਉਹਦੇ ਵਿੱਚ ਕੋਈ ਗੁੰਜਾਇਸ਼ ਹੀ ਨਹੀਂ ਹੈ ਕਿ ਬੰਦਾ ਮੰਨੇ ਨਾ। ਜਿਹਨੇ ਗੁਰੂ ਮੰਨ ਲਿਆ, ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰੂ ਨਾਨਕ ਨੂੰ, ਜੇ ਉਹ ਨਹੀਂ ਮੰਨਦਾ ਫਿਰ ਉਹ ਆਪਣੇ ਆਪ ਨਾਲ ਹੀ ਦਗਾ ਕਮਾ ਰਿਹਾ। ਦੈਟਸ ਦੇਅਰ ਪ੍ਰੋਬਲਮ। ਹੁਣ ਸਾਹਿਬ ਕਹਿੰਦੇ ਆਖਣ ਜ਼ੋਰ। ਹੁਣ ਅਸੀਂ ਜਿੰਨਾ ਵੀ ਆਖ ਸਕਦੇ ਹਾਂ ਨਾ, ਉਹਦੇ 'ਤੇ ਵੀ ਸਾਡਾ ਕੋਈ ਇੰਨਾ ਜ਼ੋਰ ਨਹੀਂ ਹੈਗਾ। ਮਨ ਦੀ ਸਮਰੱਥਾ ਜਿੰਨੀ, ਓਨਾ ਹੀ ਕਹੂਗਾ। ਅਸੀਂ ਪਹਿਲਾਂ ਵੀ ਪਿੱਛੇ ਗੱਲ ਕੀਤੀ ਸੀਗੀ ਕਿ ਮੰਨ ਲਓ ਕੋਈ, ਅਸੀਂ ਹੁਣ ਗੁਰਬਾਣੀ ਦੀ ਵਿਆਖਿਆ ਕਰ ਰਹੇ ਹਾਂ ਜਾਂ ਅਸੀਂ ਗੁਰੂ ਦੀਆਂ ਗੱਲਾਂ ਕਰ ਰਹੇ ਹਾਂ, ਇਹ ਕੋਈ ਟੋਟੈਲਿਟੀ ਥੋੜ੍ਹੀ ਹੋ ਗਈ ਹੈ।
ਇਹ ਸਿਰਫ ਉਨੀ ਗੱਲਬਾਤ ਹੋ ਰਹੀ ਹੈ, ਔਰ ਸਾਡੇ ਦਰਸ਼ਕਾਂ ਨੂੰ ਵੀ ਪਤਾ ਹੈ, ਆਪ ਜੀ ਦੇ ਸਾਹਮਣੇ ਵੀ ਬੜੀ ਵਾਰੀ ਮੈਂ ਅਰਜ਼ ਕੀਤਾ ਹੈ ਕਿ ਸਾਨੂੰ ਜਿੰਨੀ ਕੁ ਬਖਸ਼ੀ ਉਨੀ ਹੀ ਗੱਲ ਕਰਾਂਗੇ। ਤੇ ਆਖਣ ਜ਼ੋਰ ਚੁੱਪ ਰਹਿਣ 'ਚ ਵੀ ਬੰਦੇ ਦਾ ਜ਼ੋਰ ਨਹੀਂ ਹੁੰਦਾ ਕਿ ਉਹ ਕਵੇ ਮੈਂ ਇੱਥੇ ਚੁੱਪ ਰਹਿ ਲੂੰ, ਮੈਂ ਉੱਥੇ ਚੁੱਪ ਰਹਿ ਲੂੰ। ਕਈ ਵਾਰੀ ਨਹੀਂ ਰਹਿ ਸਕਦਾ ਚੁੱਪ, ਉਹਨੂੰ ਬੋਲਣਾ ਹੀ ਪੈਂਦਾ, ਬੇਸ਼ੱਕ ਉਹ ਲੱਖ ਯਤਨ ਕਰੇ। ਇਸ ਕਰਕੇ ਸਾਹਿਬ ਨੇ ਸਮਝਾਇਆ ਕਿ ਤੇਰੇ ਮਨ ਦਾ ਕੋਈ ਭਰੋਸਾ ਨਹੀਂ ਹੈ। ਆਖਣ ਜ਼ੋਰ ਚੁੱਪੈ ਨੇ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਅਸੀਂ ਮੰਗਣ ਚਲੇ ਜਾਈਏ ਕਿਸੇ ਤੋਂ, ਕੀ ਜ਼ੋਰ ਹੈ ਸਾਡਾ ਦੱਸੋ? ਦੇਣ ਵਿੱਚ ਵੀ ਅਸੀਂ ਉਹ ਚੀਜ਼ਾਂ ਹੀ ਦੇ ਸਕਦੇ ਹਾਂ ਜੋ ਸਾਡੇ ਕੋਲ ਹੈ ਨੇ, ਔਰ ਉਹ ਵੀ ਸਾਡੀਆਂ ਨੇ, ਉਹ ਵੀ ਮਿਲੀਆਂ ਹੋਈਆਂ ਨੇ। ਸੋ ਇਹ ਸਾਰੀ ਜ਼ੋਰ ਦੀ ਪੌੜੀ ਜਿਹੜੀ ਹੈ ਸਾਨੂੰ ਇੱਥੇ ਲਿਆ ਕੇ ਖੜਾ ਕਰਦੀ ਹੈ, ਭਾਈ ਆਪਣੀ ਲਿਮਿਟੇਸ਼ਨ ਸਮਝ। ਬੰਦਾ ਕਈ ਵਾਰੀ ਸੋਚਦਾ ਮੈਂ ਅਨਲਿਮਿਟਿਡ, ਕਿ ਬਿਲੀਅਨਰ ਹੋ ਗਿਆ, ਕੋਈ ਮਿਲੀਅਨਰ ਹੋ ਗਿਆ, ਕੋਈ ਪ੍ਰੈਜ਼ੀਡੈਂਟ ਬਣ ਗਿਆ, ਕੋਈ ਕਿਸੇ ਦਾ ਪ੍ਰਧਾਨ ਮੰਤਰੀ ਬਣ ਗਿਆ, ਉਹ ਰੱਬ ਹੀ ਬਣ ਜਾਂਦਾ ਹੈ, ਜਿੱਦਾਂ ਹਰਨਾਕਸ਼ ਕਰਦਾ ਸੀ, ਰਾਈਟ? ਉਹਨੂੰ ਕੀ ਪਤਾ ਤੇਰੇ ਘਰ ਹੀ ਜੰਮ ਪੈਣਾ ਭਗਤ ਨੇ ਤੇ ਤੈਨੂੰ ਇਹਨੇ ਫਨਾਹ ਕਰ ਦੇਣਾ, ਕਿਉਂਕਿ ਉਹ ਕਹਿੰਦਾ ਸੀ ਇਹ ਪੁਰਾਣਿਕ ਕਥਾ ਹੈ, ਪਰ ਇਹਦੇ ਹਵਾਲੇ ਦਿੱਤੇ ਜਾਂਦੇ ਨੇ ਸਮਝਾਉਣ ਲਈ, ਜਿਵੇਂ ਪ੍ਰਤੀਕ ਵਰਤੇ ਜਾਂਦੇ ਨੇ। ਜਿੰਨੀਆਂ ਵੀ ਪੁਰਾਣਿਕ ਕਥਾਵਾਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੀਆਂ ਨੇ, ਉਹ ਪ੍ਰਤੀਕ ਬਣਾ ਕੇ ਵਰਤੀਆਂ ਨੇ ਸਮਝਾਉਣ ਲਈ, ਕਿਉਂਕਿ ਗੁਰੂ ਨਹੀਂ ਸੀ ਸਿੱਖਾਂ ਨੂੰ ਸਮਝਾਉਂਦੇ। ਗੁਰੂ ਤਾਂ ਜੋਗੀਆਂ ਨੂੰ ਸਮਝਾਉਂਦੇ ਨੇ, ਆਮ ਹਿੰਦੂ ਜਨਤਾ ਨੂੰ ਸਮਝਾਉਂਦੇ ਨੇ, ਮੁਸਲਮਾਨ ਵੀਰਾਂ ਨੂੰ ਸਮਝਾਉਂਦੇ ਨੇ, ਬੋਧੀਆਂ ਨੂੰ। ਉਹਨਾਂ ਦੇ ਸਾਹਮਣੇ ਤੇ 100 ਤਰੀਕੇ ਦੀ ਆਡੀਅנס ਹੈ। ਇਸ ਕਰਕੇ ਬਹੁਤ ਤਰੀਕਿਆਂ ਦੇ ਪ੍ਰਤੀਕ ਗੁਰਬਾਣੀ 'ਚ ਨੇ। ਹੁਣ ਉਹਨੂੰ ਚਿਪਕ ਕੇ ਬਹਿ ਜਾਂਦੇ। ਗੁਰੂ ਨੇ ਨਾ ਆਹ ਲਿਖਿਆ ਦੇਖੋ, ਉਹਨਾਂ ਨੇ ਤਾਂ ਕਿਹਾ ਪ੍ਰਹਲਾਦ ਹੋਇਆ, ਉਹਨਾਂ ਨੇ ਤਾਂ ਕਿਹਾ ਫਲਾਣਾ, ਹਾਂ ਹੋਇਆ। ਗੁਰੂ ਜੀ ਨਹੀਂ ਕਹਿੰਦੇ ਵੀ ਹੋਇਆ ਨਾ ਹੋਇਆ, ਕਹਿੰਦੇ ਮੈਂ ਸਮਝਾ ਰਿਹਾ ਵਾਂ ਵੀ ਜਿਹਨੂੰ ਤੁਸੀਂ ਸਤਪੁਰਸ਼ ਮੰਨ ਰਹੇ ਹੋ, ਜਿਹਨੂੰ ਦੇਵਤੇ ਮੰਨ ਰਹੇ ਹੋ, ਉਹ ਵੀ ਆ ਕਰਦੇ ਨੇ। ਸੋ ਇੱਥੇ ਆਈਏ ਕਿ ਸਾਡੀ ਲਿਮਿਟੇਸ਼ਨ ਸਮਝਾਉਣ ਲਈ, ਸਾਨੂੰ ਹੰਬਲ ਬਣਾਉਣ ਲਈ, ਸਾਨੂੰ ਨਮਰਤਾ 'ਚ ਰਹਿਣ ਲਈ ਸਾਹਿਬ ਨੇ ਇੱਥੇ ਤਾਕੀਦ ਕੀਤੀ ਹੈ। ਜ਼ੋਰ ਨ ਸੁਰਤੀ ਗਿਆਨ ਵਿਚਾਰ। ਦੇਖੋ ਸਾਡੇ ਵਰਗੇ ਜਿਹੜੇ ਥੋੜ੍ਹਾ ਬੋਲਣ ਲੱਗ ਗਏ ਹੈ ਨਾ, ਸਾਨੂੰ ਪਤਾ ਲੱਗ ਗਿਆ, ਸਾਨੂੰ ਤਾਂ ਥੋੜ੍ਹਾ ਗਿਆਨ ਆ ਗਿਆ। ਕਿਹੜਾ ਗਿਆਨ ਆ ਗਿਆ? ਥੋੜ੍ਹੀਆਂ 4 ਕਿਤਾਬਾਂ ਪੜ੍ਹ ਲਈਆਂ, ਕੁਛ ਨੇ ਤਾਂ ਨਹੀਂ ਪੜ੍ਹੀਆਂ, ਤੇ ਉਹਨਾਂ ਨੂੰ ਸਾਹਿਬ ਨੇ ਐਨ ਕਰਤਾ ਸੀ। ਸਾਹਿਬ ਨਾਲ ਜਿਹੜੇ ਚਰਚਾ ਕਰਨ ਆਉਂਦੇ ਸੀ ਨਾ, ਬਿੱਪਰ ਬ੍ਰਾਹਮਣ ਹੁੰਦੇ ਸੀ ਉਦੋਂ, ਦੂਜਾ ਤਾਂ ਕੋਈ ਪੜ੍ਹ ਹੀ ਨਹੀਂ ਸੀ ਸਕਦਾ, ਕਿਉਂਕਿ ਉਹਨਾਂ ਨੇ ਵਿੱਦਿਆ 'ਤੇ ਕਬਜ਼ਾ ਕੀਤਾ ਹੋਇਆ ਸੀ। ਤੁਸੀਂ ਜਦ ਤੱਕ ਕਿਸੇ ਨੂੰ ਅਨਪੜ੍ਹ ਨਹੀਂ ਕਰੋਗੇ, ਤੁਸੀਂ ਉਹਨੂੰ ਗੁਲਾਮ ਨਹੀਂ ਕਰ ਸਕਦੇ। ਤੇ ਉਹ ਗੱਡਾ ਭਰ ਕੇ ਤੁਰਦੇ ਸੀ ਨਾਲ, ਤੁਸੀਂ ਵੀ ਸ਼ਾਇਦ ਸੁਣਿਆ ਹੋਵੇ ਜਾਂ ਨਹੀਂ ਸੁਣਿਆ ਹੋਵੇ, ਕਿਤਾਬਾਂ ਦਾ ਗੱਡਾ ਭਰ ਕੇ ਨਾਲ ਤੁਰਦੇ ਸੀ, ਔਰ ਦੁਨੀਆ ਨੂੰ ਦਿਖਾਉਂਦੇ ਸੀ, ਦੇਖੋ ਮੈਂ ਇੰਨੀਆਂ ਕਿਤਾਬਾਂ ਪੜ੍ਹ ਕੇ ਚਰਚਾ ਕਰ ਸਕਦਾ, ਜਾਂ ਮੈਂ ਸਾਰੇ ਵੇਦ ਪੜ੍ਹ ਲਏ, ਸਮ੍ਰਿਤੀਆਂ ਪੜ੍ਹ ਲੀਆਂ, ਤੇ ਤੁਸੀਂ ਸਾਰੇ ਕੁਛ ਨਹੀਂ ਹੋ, ਤੁਸੀਂ ਸਿਰਫ ਮੈਨੂੰ ਸੁਣੋ। ਤੇ ਸਾਹਿਬ ਉਹਨੂੰ ਕਹਿੰਦੇ ਜਾ ਤੂੰ ਪਰੇ। ਉਹ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਸਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਚੱਕਣਾ ਚੱਕ। ਕਹਿੰਦੇ ਆ ਪੜ੍ਹਾਈ ਲਿਖਾਈ ਜਾ ਕੇ ਲੈ ਜਾ ਆਪਣੀ, ਤੇਰੇ ਪੱਲੇ ਕੀ ਉਹ ਦੱਸ, ਤੇਰੇ ਕਿਰਦਾਰ 'ਚ ਕੀ ਹੈ, ਤੇਰੇ ਕੰਮ ਕੀ ਨੇ। ਮੈਨੂੰ ਕੀ ਪੜ੍ਹਾਈ ਲਿਖਾਈ ਦੀਆਂ ਗੱਲਾਂ, ਮੈਨੂੰ ਪੜ੍ਹਾਈ ਲਿਖਾਈ ਨੂੰ ਕਹਿੰਦੇ ਜੇਤਾ ਪੜ੍ਹਿਆ ਤੇਤਾ ਕੜਿਆ। ਉਹ ਕੱਢ ਜਾਂਦੇ ਨੇ, ਕੜੇ ਹੋਏ ਕੁਝ ਸਮਝਦੇ ਵੀ ਨਹੀਂ ਨੇ, ਐਂਡ ਦੈਟਸ ਟਰੂ। ਤੁਸੀਂ ਬਹੁਤੇ ਪੜ੍ਹੇ ਲਿਖੇ ਨੂੰ ਕੋਈ ਦੱਸਣ ਦੀ ਗੱਲ ਕਰੋ, ਉਹਨੇ ਤੁਹਾਨੂੰ 100 ਲੈਕਚਰ ਪਹਿਲੋਂ ਦੇ ਦੇਣੇ, ਉਹਨੇ ਕੁਝ ਨਹੀਂ ਸੁਣਨਾ। ਇਟ ਹੈਪਨਸ। ਉਹਨੂੰ ਕਿਹਾ ਸਾਹਿਬ ਨੇ, ਜ਼ੋਰ ਨ ਸੁਰਤੀ ਗਿਆਨ ਵਿਚਾਰ, ਜ਼ੋਰ ਨ ਜੁਗਤੀ ਛੁੱਟੇ ਸੰਸਾਰ। ਤੇਰੇ ਮਨ ਦੇ ਕੋਲ ਕੋਈ ਐਸੀ ਜੁਗਤੀ ਨਹੀਂ ਕਿ ਸੰਸਾਰ ਛੱਡ ਦੇਗਾ, ਤਾਂ ਜ਼ੋਰ ਨਹੀਂ ਹੈਗਾ ਕੋਈ ਉਹਦੇ ਤੇ। ਨਦਰੇ ਕਰਮ ਹੈ, ਇਹ ਨਦਰੇ ਕਰਮ ਦੇ ਨਾਲ ਛੁੱਟ ਸਕਦਾ ਹੈ, ਉੱਦਾਂ ਨਹੀਂ। ਜਿਸ ਹੱਥ ਜ਼ੋਰ, ਕਹਿੰਦੇ ਜਿਹਦੇ ਹੱਥ 'ਚ ਜ਼ੋਰ ਹੈ, ਜਿਹੜਾ ਕਹਿੰਦਾ ਵੀ ਮੈਂ ਬਹੁਤ ਸਮਰੱਥ ਹੋ ਗਿਆ ਵਾਂ, ਕਹਿੰਦੇ ਕਰਕੇ ਵੇਖ ਲਾ ਫਿਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਕੋਈ ਉੱਤਮ ਨੀਚ ਨਹੀਂ ਹੈ। ਜੋ ਭਾਂਡੇ 'ਚ ਉਹਨੇ ਪਾਤਾ ਉੱਦਾਂ ਦਾ ਜੀਵ ਬਣ ਗਿਆ, ਜੋ ਉਹਦੇ ਕਰਮ ਸੀ ਉੱਦਾਂ ਦਾ ਚੱਲ ਰਿਹਾ। ਜਿੱਥੇ ਉਹਨੂੰ ਜੋ ਲਿਖਵਾ ਕੇ ਆਇਆ, ਇਹ ਬਹੁਤ ਡੂੰਘਾ ਤੇ ਬਹੁਤ ਵੱਡਾ ਲੇਖਾ ਹੈ। ਮੈਂ ਟੀਚਰ ਦੇ ਤੌਰ ਤੇ ਕਹਿ ਸਕਦੀ ਹਾਂ ਕਿ ਦੇਖੋ ਮੇਰੇ ਕੋਲ ਅਗਰ 20 ਬੱਚੇ ਬੈਠੇ ਨੇ, ਮੈਂ ਤਾਂ ਆਪਣਾ ਲੈਸਨ ਸਭ ਨੂੰ ਦਿੱਤਾ ਹੈ ਨਾ, ਮੈਂ ਸਭ ਨੂੰ ਪਿਆਰ ਨਾਲ ਪੜ੍ਹਾਇਆ ਹੈ, ਮੈਂ ਸਭ ਦੇ ਉੱਤੇ ਧਿਆਨ ਦਿੱਤਾ ਹੈ, ਪਰ ਹਰ ਕੋਈ ਤਾਂ ਨਹੀਂ ਪੜ੍ਹਦਾ। 4 ਤੇ ਇਹੋ ਜਿਹੇ ਨੇ ਜਿਨ੍ਹਾਂ ਨੇ ਸੁਣਨਾ ਹੀ ਕੱਖ ਨਹੀਂਗਾ, ਰੌਲੇ ਹੀ ਪਾਈ ਜਾਣੇ ਉਹਨਾਂ ਨੇ ਬੈਠਿਆਂ ਨੇ, ਕੁਛ ਨਹੀਂ ਪਤਾ ਕੀ ਹੋ ਰਿਹਾ। 4 ਉਹ ਨੇ ਜਿਨ੍ਹਾਂ ਦਾ ਪੂਰਾ ਧਿਆਨ ਮੇਰੇ ਵਿੱਚ ਲੱਗਿਆ ਹੋਇਆ ਕਿ ਅੱਛਾ ਕੀ ਬੋਲਿਆ ਜਾ ਰਿਹਾ, ਲਿਖ ਵੀ ਰਹੇ ਨੇ, ਪੜ੍ਹ ਵੀ ਰਹੇ ਨੇ, ਸੁਣ ਵੀ ਰਹੇ ਨੇ, ਮੰਨ ਵੀ ਰਹੇ ਨੇ। ਸੋ ਇਹ ਸੰਸਾਰ ਵੀ ਇੱਦਾਂ ਹੀ ਹੈ। ਇੱਥੇ ਜ਼ਬਰਦਸਤੀ ਜਾਂ ਗਰੰਟੀ ਨਾਲ ਕੁਝ ਵੀ ਨਹੀਂ ਹੁੰਦਾ। ਸੋ ਇਹ ਜੀ
ਉਹਨਾਂ ਨੇ ਸਾਨੂੰ ਜ਼ੋਰ ਦੀ ਪੌੜੀ 'ਚ ਮਹਾਰਾਜ ਨੇ ਸਾਨੂੰ ਸਮਝਾਤਾ, ਭਾਈ ਧਿਆਨ ਰੱਖੋ। ਅੱਗੇ ਇਸ ਤੋਂ ਅੱਗੇ ਵਧੀਆ ਆਪਾਂ ਰਾਤੀ ਰੁੱਤੀ ਥੇਤੀ ਵਾਰ, ਉਹ ਰਾਤ ਰੁੱਤ ਤਰੀਕਾਂ ਬਾਰੇ ਵਾਰ ਵੂਰ ਜਿਹੜੇ ਬਣੇ ਨੇ ਆਪਣੇ ਹਫਤਾਵਾਰ ਹੈ, ਜਾਂ ਸਾਰਾ ਸ੍ਰਿਸ਼ਟੀ ਦੇ ਨਾਲ ਹੀ ਜੁੜਿਆ ਹੋਇਆ ਹੈ ਨਾ, ਕਿਉਂਕਿ ਗ੍ਰਹਿਾਂ ਦੇ ਨਾਲ ਜੁੜੇ ਹੋਏ ਨੇ ਦਿਨ ਤਿਉਹਾਰ, ਮਾਫ ਕਰਨਾ ਜਿਹੜੇ ਦਿਨ ਬਣੇ ਹੋਏ ਨੇ, ਇੰਨੇ ਪਲਾਂ ਦਾ ਇੰਨੀਆਂ ਘੜੀਆਂ ਦਾ ਦਿਨ ਹੋਏਗਾ ਹੈ ਨਾ, ਉਹਦੇ ਬਾਰੇ ਅੱਗੇ ਜਾਣਕਾਰੀ ਦਿੱਤੀ ਹੋਈ ਹੈ ਮਹਾਰਾਜ ਨੇ। ਅੱਗੇ ਨਾ ਖੰਡ ਚੱਲਣਗੇ। ਹੁਣ ਇੱਥੋਂ ਤੱਕ ਮਹਾਰਾਜ ਨੇ ਦੱਸਤਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਕੀ ਹੈ, ਕਿੰਨੇ ਤਰੀਕਿਆਂ ਦੇ ਲੋਕੀ ਉਹਨੂੰ ਜਪ ਰਹੇ ਨੇ, ਕੀ ਦੁਨੀਆ ਚੱਲ ਰਿਹਾ ਹੈ, ਮੇਰੇ ਬੱਚੇ ਜਾਂ ਜੀਵਾਤਮਾ ਜਿਹੜੀ ਵੀ ਗੁਰੂ ਨਾਲ ਜੁੜਦੀ ਹੈ ਤੂੰ ਕੀ ਕਰ। ਸੋ ਸਾਹਿਬ ਕਹਿੰਦੇ ਤੈਨੂੰ ਮੈਂ ਤੇਰੀ ਸ੍ਰਿਸ਼ਟੀ ਦਾ ਵੀ ਤੇ ਜਿਹੜੇ ਤੇਰੇ ਅੰਦਰ ਚੱਲ ਰਿਹਾ ਉਹਨਾਂ ਖੰਡਾਂ ਦੇ ਵੀ ਦਰਸ਼ਨ ਕਰਾਦਾ। ਹੁਣ ਬਾਹਰ ਕਿਹੜਾ ਖੰਡ ਹੈ ਤੇ ਅੰਦਰ ਵੀ ਕੀ ਹੈ। ਇਟਸ ਬਿਊਟੀਫੁਲ। ਤੇ ਮਹਾਰਾਜ ਨੇ ਸਾਨੂੰ ਜਦੋਂ ਕਿਹਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਇੰਨਾ ਕੁਝ ਬਣਾ ਕੇ ਉਹਦੇ ਵਿੱਚ ਧਰਤੀ ਥਾਪ ਕੇ ਰੱਖੀ ਹੋਈ ਹੈ। ਸਾਨੂੰ ਅੱਜ ਪਤਾ ਲੱਗ ਗਿਆ ਕਿ 5 ਤੱਤਾਂ ਦੀ ਬਣੀ, ਉਦੋਂ ਥੋੜਾ ਪਤਾ ਕਿਸੇ ਨੂੰ। ਤੇ ਮਹਾਰਾਜ ਨੇ ਪਹਿਲਾਂ ਹੀ ਕਹਿਤਾ ਸੂਰਜ ਹੈਗਾ, ਕਿਉਂਕਿ ਸੂਰਜ ਨੇ ਆਪਣੀ ਗ੍ਰੈਵਿਟੇਸ਼ਨ ਨਾਲ ਧਰਤੀ ਨੂੰ ਉਨੀ ਥਾਂ ਤੇ ਰੱਖਿਆ, ਉਹ ਹਿਲਦੀ ਨਹੀਂ ਹੈ ਇੱਧਰ ਉੱਧਰ, ਹਿੱਲ ਸਕਦੀ ਨਹੀਂ ਹੈ। ਜੇ ਹਿੱਲੇਗੀ ਤੇ ਫਨਾਹ ਹੋ ਜਾਏਗੀ। ਜੇ ਤੁਸੀਂ ਸਾਰਾ ਜਿਹੜਾ ਐਸਟਰੋਨੋਮੀ ਦਾ ਮਾਡਲ ਪੜ੍ਹਦੇ ਹੋ, ਜਦੋਂ ਬੱਚੇ ਸਾਡੇ ਪੜ੍ਹਦੇ ਆ, ਸਾਡੇ ਦਰਸ਼ਕ ਵੀ ਜਾਣਦੇ ਆ, ਉਹਦੇ ਛੋਟੀ ਕਲਾਸਾਂ 'ਚ ਪੜ੍ਹਾਉਣ ਲੱਗ ਜਾਂਦੇ ਨੇ, ਤੇ ਵਿੱਚ ਸੂਰਜ ਹੀ ਤੇ ਹੈਗਾ। ਤੇ ਸੂਰਜ ਦੇ ਦੁਆਲੇ ਜਿਹੜਾ ਮੰਡਲ ਹੈਗਾ, ਉਹ ਸੂਰਜ ਵੀ ਲੈ ਕੇ ਮੰਡਲ ਨੂੰ ਆਪਣੇ ਨੂੰ ਘੁੰਮ ਰਿਹਾ, ਆਪਣੇ ਮੰਡਲ ਸੌਰ ਮੰਡਲ ਨੂੰ, ਉਹਨੂੰ ਸੌਰ ਮੰਡਲ ਅਸੀਂ ਕਹਿੰਦੇ ਆ ਜਾਂ ਸੋਲਰ ਸਿਸਟਮ ਕਹਿੰਦੇ ਆ। ਤੇ ਇਹੋ ਜਿਹੇ ਪਤਾ ਨਹੀਂ ਕਿੰਨੇ ਸੌਰ ਮੰਡਲ ਨੇ ਤੇ ਕਿੰਨੀਆਂ ਗੈਲੈਕਸੀਜ਼ ਨੇ, ਵੀ ਹੈਵ ਨੋ ਕਲੂ, ਕੁਝ ਪਤਾ ਨਹੀਂ ਹੈ, ਇਨਫਿਨਿਟ ਹੈ। ਤੇ ਸਾਹਿਬ ਨੇ ਸਾਨੂੰ ਦੱਸਿਆ ਕਿ ਦੇਖ ਤੇਰੀ ਧਰਤੀ ਇਦਾਂ ਸਾਜੀ ਗਈ ਜਿੱਥੇ ਤੂੰ ਬੈਠਾ ਹੈ। ਬੰਦਿਆ ਵੇਖੋ ਕਿੱਡੀ ਵੱਡੀ ਗੱਲ ਹੈ। ਐਜ਼ ਅ ਫਿਜ਼ਿਸਿਸਟ ਪੜ੍ਹਾ ਰਹੇ ਨੇ ਹੁਣ ਸਾਨੂੰ, ਜਿਹਨੂੰ ਫਿਜ਼ਿਕਸ ਦੀ ਨੌਲੇਜ ਹੈ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਬਾਇਓਲੋਜੀ ਆ ਗਈ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਅਨੇਕਾਂ ਕਿਸਮ ਦੇ ਇੱਥੇ ਜੀਵ ਨੇ। 84-84 ਲੱਖ ਤੇ ਇਸ ਕਰਕੇ ਰੱਖਿਆ ਗਿਆ ਨਾ, ਕਿਉਂਕਿ ਚਲਿਆ ਆਉਂਦਾ ਸੀ ਪੁਰਾਣਾ ਜੋ ਮੰਨਿਆ ਜਾਂਦਾ ਸੀ ਉਸ ਖਿੱਤੇ ਵਿੱਚ। ਨੋਬਡੀ ਨੋਜ਼ ਕਿ 84 ਲੱਖ ਕਿ ਕਿੰਨੇ ਹੈ। ਮਹਾਰਾਜ ਨੇ ਤੇ ਅਸੰਖ ਕਿਹਾ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਫਿਰ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਤੇਰੇ ਕਰਮਾਂ ਦੇ ਨਾਲ ਤੇਰੇ ਵਿਚਾਰ ਵੀ ਬਦਲਨੇ, ਤੇਰੀ ਵਿਚਾਰ ਹੋਣੀ ਵੀ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਇਨ ਪੰਚ ਪਰਵਾਨ। ਉੱਥੇ ਕੌਣ ਸੌਂਦੇ? ਉਹਦੇ ਦਰਬਾਰ ਦੇ ਵਿੱਚ। ਉਹਦੇ ਦਰਬਾਰ ਦੇ ਵਿੱਚ ਜਾ ਕੇ ਉਹਦੇ ਬਾਰੇ ਜਾਣਕਾਰੀ ਲੈਣ ਵਾਲੇ ਪੰਚ ਹੁੰਦੇ ਨੇ। ਆਪਾਂ ਪੜ੍ਹ ਕੇ ਆਏ ਹਾਂ ਪਹਿਲਾਂ। ਤਿੱਥੇ ਸੋਇਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਵੇਖੋ ਆਹ ਬੜੀ ਜ਼ਰੂਰੀ ਗੱਲ ਹੈ। ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ। ਤੇ ਅੱਗੇ ਗਿਆਨ ਖੰਡ ਕਾ ਆਖੋ ਕਰਮ। ਹੁਣ ਕਹਿੰਦੇ ਨੇ ਏਦਾਂ ਦੀ ਸ੍ਰਿਸ਼ਟੀ 'ਚ ਤੂੰ ਬੈਠਾ ਹੈ। ਧਰਤੀ ਜਿਹੜੀ ਹੈ ਧਰਮ ਕਮਾਉਣ ਲਈ ਹੈ। ਤੈਨੂੰ ਇੱਥੇ ਇਹ ਕਹਿੰਦੇ ਨਾ, ਬਾਣੀ ਕਹਿੰਦੀ ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਮੁਰਾਰ, ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਤਲਬ ਅਸੀਂ ਕਾਹਦੇ ਲਈ ਉਹਨੂੰ ਪੜ੍ਹ ਕੇ 5 ਮੀਲ ਸਿਰ ਦੇ ਉੱਤੋਂ ਦੀ ਲੰਘਾ ਦਿੰਦੇ ਹਾਂ, ਅੰਦਰ ਜਾਣ ਲਈ ਹੈ। ਫਿਰ ਸਾਹਿਬ ਕਹਿੰਦੇ ਨੇ ਤੈਨੂੰ ਜੇ ਸੱਚੇ ਦਰਬਾਰ ਦੀ ਸਮਝ ਪੈਣੀ ਹੈ ਨਾ, ਧਰਮ ਕਮਾ, ਮਤਲਬ ਫਰਜ਼ ਆਪਣੇ ਅਦਾ ਕਰ। ਫਰਜ਼ ਅਦਾ ਕਰਨ ਦੇ ਨਾਲ ਨਾਲ ਇਸ ਰਾਹ 'ਤੇ ਵੀ ਤੁਰ, ਤੇਰਾ ਗੁਰੂ ਹੋਵੇ, ਤੈਨੂੰ ਸਮਝਾਵੇ, ਤੈਨੂੰ ਡਿੱਗਣ ਤੋਂ, ਠੇਡੇ ਖਾਣ ਤੋਂ, ਜੰਗਲਾਂ 'ਚ ਭਟਕਣ ਤੋਂ, ਹਨੇਰਿਆਂ 'ਚ। ਜਦੋਂ ਅਸੀਂ ਕਾਮ ਦੇ ਅਧੀਨ ਆ, ਕ੍ਰੋਧ ਦੇ ਅਧੀਨ ਆ, ਲੋਭ ਦੇ ਅਧੀਨ ਆ, ਮਨ ਤੇ ਇੱਕ ਮਿੰਟ 'ਚ ਭੁੜਕਦਾ, ਤੈਨੂੰ ਬਚਾ ਲੇਗਾ ਗੁਰੂ। ਤੂੰ ਭਟਕੇਗਾ ਨਹੀਂ, ਤੂੰ ਆਪਣੀ ਰਾਹ ਤੇ ਮੰਜ਼ਿਲ ਤੇ ਪਹੁੰਚ ਜਾਏਗਾ। ਫਿਰ ਕਹਿੰਦੇ ਨੇ ਨਦਰੀ ਕਰਮ ਪਵੇ ਨਿਸ਼ਾਨ, ਤੇਰੇ ਮੱਥੇ ਤੇ ਨਿਸ਼ਾਨ ਹੋਏਗਾ। ਨਦਰੇ ਕਰਮ ਦਾ ਨਿਸ਼ਾਨ ਹੁੰਦਾ ਹੈ, ਸਾਨੂੰ ਦਿਖ ਨਹੀਂ ਰਿਹਾ ਨਾ ਅੱਖਾਂ ਨਾਲ, ਉਹਦਾ ਨਿਸ਼ਾਨ ਪੈਂਦਾ। ਬਾਰ-ਬਾਰ ਇਹਦਾ ਨਿਸ਼ਾਨ ਦਾ ਨਾਂ ਆਉਂਦਾ ਬਾਣੀ ਦੇ ਵਿੱਚ, ਨਦਰੀ ਕਰਮ ਪਵੇ ਨਿਸ਼ਾਨ। ਫਿਰ ਕਹਿੰਦੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਜਦੋਂ ਤੂੰ ਜਾਏਗਾ ਨਾ ਉਸ ਦਰਗਾਹ 'ਚ,
ਤੈਨੂੰ ਪਤਾ ਲੱਗੂਗਾ ਤੂੰ ਕੱਚਾ ਹੈ ਕਿ ਪੱਕਾ ਹੈ, ਤੇਰੀ ਕੱਚ ਪੱਕ ਵੇਖੀ ਜਾਏਗੀ। ਗੁਰੂ ਗੋਬਿੰਦ ਸਿੰਘ ਨੇ ਪਰਖ ਲਈ ਨਾ ਕੱਚ ਪੱਕ ਡੱਲੇ ਦੇ ਘਰ, ਕੌਣ ਕੱਚਾ ਤੇ ਕੌਣ ਪੱਕਾ। ਡੱਲਾ ਕੱਚਾ ਜਿਹੜਾ ਐਡਾ ਲੰਮਾ ਉੱਚਾ, ਐਡਾ ਅਮੀਰ, ਐਡੀਆਂ ਗੰਨਾਂ ਵਾਲਾ, ਉਹ ਜਿਹੜੇ ਜਿਨ੍ਹਾਂ ਦੀਆਂ ਪੱਗਾਂ ਵੀ ਪੂਰੀਆਂ ਸਾਬਤ ਨਹੀਂ ਨੇ ਔਰ ਮਸਾਂ ਛੋਲੇ ਖਾਦੇ ਹੋਣੇ ਆ ਗੁਰੂ ਨੇ ਜਿਹੜੇ ਇੱਕ ਮੁੱਠ ਦੇਤੇ, ਉਹ ਕਹਿੰਦੇ ਪੱਕੇ ਆ ਅਸੀਂ ਫੌਲਾਦ ਵਰਗੇ, ਚੱਲ ਚਲਾ ਗੋਲੀ। ਇਹ ਹੁੰਦੀ ਹੈ ਕੱਚ ਪਕਾਈ। ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਦਾ ਇਹੋ ਧਰਮ। ਕਹਿੰਦੇ ਇਹ ਧਰਮ ਹੈ ਧਰਮ ਖੰਡ ਦਾ। ਪਹਿਲਾ ਸਾਡਾ ਕਦਮ ਜਿਹੜਾ ਹੈ ਰੂਹਾਨੀਅਤ ਦਾ ਜਾਂ ਸਾਡੇ ਮਨ ਦਾ, ਸਾਡੇ ਸਫ਼ਰ ਦਾ, ਉਹ ਧਰਮ ਖੰਡ ਹੈ। ਧਰਮ ਕਮਾਉਣਾ ਹੈ, ਧਰਮ ਪੜ੍ਹਨਾ ਨਹੀਂ ਹੁੰਦਾ ਇਕੱਲਾ। ਧਰਮ ਪੜ੍ਹ ਨਹੀਂ ਸਕਦੇ ਤੁਸੀਂ, ਸਿੱਖ ਸਕਦੇ ਹੋ। ਇੱਦਾਂ ਗੁਰਸ਼ਬਦ ਨੂੰ ਪੜ੍ਹਨਾ ਨਹੀਂ ਹੁੰਦਾ, ਗੁਰੂ ਜੀ ਦੇ ਕੋਲ ਬੈਠ ਕੇ ਕਮਾਉਣਾ ਹੁੰਦਾ ਹੈ। ਦੇਖੋ ਸਾਡੀ ਟਰਮੀਨੋਲੋਜੀ ਅਗਲਿਆਂ ਨੇ ਬਦਲਤੀ ਸਾਰੀ, ਅਸੀਂ ਬਦਲੀ ਹਾਂ ਕਰੀ ਜਾ ਰਹੇ ਹਾਂ। ਵਾਈ? ਗੁਰੂ ਨੇ ਤਾਂ ਨਹੀਂ ਕਿਹਾ ਪੜ੍ਹੀ ਜਾ, ਉਹ ਪੜ੍ਹਨ ਤੋਂ ਮਨਾ ਕਰਦੇ ਨੇ। ਇੰਨਾ ਕਹਿੰਦੇ ਕਮਾ, ਸ਼ਬਦ ਕਮਾ। ਹੁਣ ਤੁਸੀਂ ਮੰਨ ਲਓ ਜਰਨਲਿਜ਼ਮ ਦੀ ਡਿਗਰੀ ਕੀਤੀ ਹੈ, ਤੁਸੀਂ 3 ਮਾਸਟਰਸ ਕਰ ਲੀਆਂ, ਤੇ ਤੁਹਾਡੀ ਮੰਮੀ ਕਹੇਗੀ ਹੁਣ ਪੜ੍ਹੀ ਜਾਏਗਾ, ਕੋਈ ਕਮਾ ਕੇ ਵੀ ਲਿਆ ਕੇ ਦੇ ਦੇ। ਹੁਣ ਤੈਨੂੰ ਇਸੇ ਕਰਕੇ ਪੈਦਾ ਕੀਤਾ ਸੀ ਕਿ ਤੂੰ ਪੜ੍ਹੀ ਜਾ। ਹੁਣ ਮੈਂ ਟੀਚਰੀ ਦੀ ਡਿਗਰੀ ਲੈ ਲਈ ਹੋਵੇ ਹੈ ਨਾ, ਤੇ ਮੈਂ ਐਮਐਡ ਵੀ ਕਰ ਲਈ ਹੋਵੇ, ਐਮਫਿਲ ਕਰ ਲਈ, ਕਮਾਈ ਕਿਤੇ ਕੁਝ ਵੀ ਨਾ ਕਰਾਂ। ਅਸੀਂ ਤਾਂ ਮੱਝਾਂ ਚਾਰਦੇ ਪੜ੍ਹਦੇ। ਨਹੀਂ ਪੜ੍ਹ ਸਕਦੇ ਹੋ ਤੁਸੀਂ ਮੱਝਾਂ ਚਾਰਦੇ, ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਉਹ ਜਿਹੜਾ ਪੜ੍ਹਿਆ ਸੀ ਉਹਦਾ ਕੋਈ ਫਲ ਵੀ ਤਾਂ ਦਿਖਾਓ। ਏਦਾਂ ਗੁਰੂ ਕਹਿ ਰਹੇ ਕਿ ਕਮਾ, ਧਰਮ ਖੰਡ ਕਾ ਇਹੋ ਧਰਮ। ਇਹ ਧਰਮ ਹੈ ਤੇਰਾ ਭਾਈ, ਤੇਰਾ ਫਰਜ਼ ਹੈ। ਫਰਜ਼ ਕੀ ਹੈ ਤੇਰਾ? ਗੁਰੂ ਹੋਵੇ ਤੇਰਾ, ਪੜ੍ਹਾਈ ਕਰ, ਆਪਣੇ ਮਨ ਨੂੰ ਪਰਖ, ਬਾਹਰਲੇ ਕੰਮਾਂ ਨੂੰ ਪਰਖ, ਇਸ ਦੁਨੀਆ ਨੂੰ ਜਾਣ ਕਿ ਇਹ ਧਰਮ ਖੰਡ ਦਿੱਤਾ ਮੈਨੂੰ ਉਹਨੇ, ਸਜਾ ਕੇ ਧਰਤੀ ਦਿੱਤੀ, ਮੇਰੀ ਨਹੀਂ ਹੈ ਧਰਤੀ ਹੈ। ਅਸੀਂ ਤੇ ਮੇਰੀ ਚ ਮਰ ਗਏ ਆ ਹੈ ਨਾ। ਆ ਪਲਾਟ ਮੇਰਾ, ਆ ਉਹ ਠੀਕ ਹੈ ਬਣਾ ਲਿਆ ਹੈ, ਦਿੱਤਾ ਤੇ ਉਸੇ ਨਹੀਂ ਹੈ, ਛੱਡ ਕੇ ਮਰਨਾ ਹੀ ਹੈ। ਕੱਲ ਨੂੰ ਹੁਣ ਫੂਕ ਨਿਕਲ ਜੇ ਤੇ ਇੱਥੇ ਕੌਣ ਬੋਲੇਗਾ? ਕੋਈ ਤਾਂ ਹੋਰ ਬੋਲੇਗਾ ਆ ਕੇ, ਰਾਈਟ? ਉਹ ਉਹਦੀ ਜ਼ੁਬਾਨ ਲੈ ਕੇ ਬੋਲੇਗਾ। So we need to understand that we are in a journey and we have to make this journey such a journey कि लोकी उस राह ते तुरना पसंद करे। महाराज गुरु नानक पातशाह ने की कीता है ना, कहंदे ओ रावां उत्ते नहीं तुरिया, ओ तुरिया सी ते राह बन गए। सानू की प्रॉब्लम है? ਹਾਂ, ਸੁਰਜੀਤ ਪਾਤਰ ਕਹਿੰਦਾ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਜਦੋਂ ਮੈਂ ਤੁਰਦਾ ਤਾਂ ਰਾਹ ਬਣਦੇ ਨੇ। ਉਹ ਤੇ ਕਹਿੰਦਾ ਹੈ, ਪਰ ਅਸੀਂ ਗੁਰੂ ਨਾਨਕ ਲਈ ਕਹਿੰਦੇ ਹਾਂ ਕਿ ਗੁਰੂ ਨਾਨਕ ਕਵਿਤਾ ਲਿਖੀ ਹੈ। ਹਾਂ, ਉਹਨੇ ਲਿਖੀ ਹੈ, ਬਹੁਤ ਆਫਰੀਨ ਹੈ, ਉਹਨਾਂ ਦੀ ਬਹੁਤ ਸੋਹਣੀ ਸ਼ਾਇਰੀ ਹੈ, ਉਹਨਾਂ ਨੂੰ ਮਹਾਰਾਜ ਨੇ ਗੁਣ ਦਿੱਤਾ ਹੈ। ਪਰ ਗੁਰੂ ਨਾਨਕ ਕਿਸੇ ਦੇ ਰਾਹ ਤੇ ਨਹੀਂ ਤੁਰੇ, ਉਹ ਤੁਰੇ ਨੇ ਰਾਹ ਬਣਾਉਣ ਲਈ। ਉਹ ਤੇ ਰੱਬ ਨੇ ਨਾ, ਤੇ ਉਹਨਾਂ ਨੇ ਐਲਾਨੀਆਂ ਕਿਹਾ ਹੈ, ਐਲਾਨੀਆਂ, ਛੁਪ ਕੇ ਨਹੀਂ ਕਿਹਾ। ਕੰਨ 'ਚ ਨਹੀਂ ਫੂਕ ਮਾਰ ਲਿਆ ਤੈਨੂੰ ਮੰਤਰ ਦੇਵਾਂ, ਆਖੇ ਨਾਮ ਕੰਨ 'ਚ ਦੇਣਾ। ਲਓ ਦੱਸੋ, ਹੈ ਕਮਲੇ? ਤੇ ਉਹ ਕਹਿੰਦੇ ਕੀ ਦਿੰਦੇ? ਦੱਸਣਾ ਨਹੀਂ ਕਿਸੇ ਨੂੰ। ਲਓ ਮਤਲਬ ਇਟ ਇਜ਼ ਸੋ ਸਿਲੀ, ਓ ਮਾਈ ਗॉड। ਤੇ ਉੱਥੇ ਹਾਂ ਕਰੀ ਜਾ ਰਹੇ ਨੇ ਬੈਠੇ ਅੱਖਾਂ ਬੰਦ ਕਰਕੇ। ਕਿਉਂ ਕਰ ਰਹੇ ਹੋ? ਗੁਰੂ ਕਹਿੰਦਾ ਉੱਚੀ ਗਾਊਂਗਾ, ਸਭ ਨੂੰ ਦੱਸੂਗਾ, ਹੈ ਨਾ, ਉੱਚਾ ਉੱਚਾ ਗਾਊਂਗਾ ਮੈਂ। ਆ ਜਾਓ। ਸਤ ਕਰਤਾਰ ਕਰਦੇ ਜਾਂਦੇ ਸੀ। ਭਾਈ ਲਾਲੋ ਦੇ ਘਰ ਜਦੋਂ ਗਏ, ਆਇਆ ਸੀ ਨਾ ਬੁਲਾਵਾ ਐਡੇ ਵੱਡੇ ਅਮੀਰ ਦਾ, ਮਲਕ ਭਾਗੋ ਦਾ, ਭਈ ਆਓ ਜੀ ਐਡਾ ਬ੍ਰਹਮ ਭੋਜ ਕਰਨੇ। ਉਹ ਕਹਿੰਦੇ ਮੈਂ ਤਾਂ ਨਹੀਂ ਖਾਣਾ ਬ੍ਰਹਮ ਭੋਜ ਤੇਰਾ। ਮਤਲਬ ਦੇਖੋ ਕਿੱਡੀ ਮਤਲਬ ਹਿੰਮਤ ਦੇਖੋ ਤੁਸੀਂ, ਹੈ ਨਾ। ਪਤਾ ਸੀ ਵੀ ਫੜ ਕੇ ਕੁੱਟ ਵੀ ਦੇਣਗੇ ਕਿਉਂਕਿ ਉਹਦੇ ਕੋਲ ਤਾਂ ਪੂਰੀ ਤਾਕਤ ਹੈ। ਕਹਿੰਦੇ ਨਹੀਂ ਹੋਣਾ ਤੇਰੇ ਬ੍ਰਹਮ ਭੋਜ ਤੇ। ਤੇਰਾ ਕਿਹੜਾ ਬ੍ਰਹਮ ਭੋਜ? ਲੋਕਾਂ ਦਾ ਖੂਨ ਚੂਸ ਕੇ ਤੂੰ ਉੱਥੇ ਐਡੀਆਂ ਪਾਰਟੀਆਂ ਕਰ ਰਿਹਾ। ਆ ਬਾਦਲ ਲਾਣਾ ਕੀ ਕਰਦਾ ਸੀ? ਸਾਰੇ ਪੰਜਾਬ ਦਾ ਲੁੱਟ ਕੇ ਤੇ ਉੱਥੇ ਖਵਾ ਦਿੰਦੇ ਲੋਕਾਂ ਨੂੰ, ਇਹ ਆਟਾ ਦਾਲ ਲੈ ਲਓ। ਲੱਖ ਲਾਹਨਤ ਹੈ ਤੁਹਾਡੇ। ਤੇ ਮਹਾਰਾਜ ਨੇ ਸਤ ਕਰਤਾਰ ਕਰਦੇ ਗਏ ਭਾਈ ਲਾਲੋ ਦੇ ਘਰ। ਚਲੋ ਜੇ ਪੰਜਾਬ ਦਾ ਲੁੱਟ ਕੇ ਆਟਾ ਦਾਲ 'ਚ ਖਵਾ ਵੀ ਦੇਣ ਤਾਂ ਵੀ ਠੀਕ ਹੈ, ਪਰ ਉਹ ਤਾਂ ਪਸ਼ੂ ਵੀ ਨਹੀਂ ਖਾਂਦੇ ਉਸ ਜਿਹੜੀ ਕਣਕ ਹੁੰਦੀ ਹੈ। ਨਹੀਂ ਖਵਾਉਂਦੇ ਨਹੀਂ ਨਾ ਉਹਨਾਂ ਨੂੰ ਗੁਲਾਮ ਬਣਾਉਂਦੇ ਨੇ। ਇੰਨਾ ਕੁਛ ਉਹ ਕਰ ਗਏ ਨੇ ਕਿ ਹੁਣ ਉਹ ਰਹੇ ਵੀ ਨਹੀਂ ਹੈਗੇ ਕਿੰਨੇ ਸਾਲਾਂ ਤੋਂ, ਪਰ ਉਹ ਸਾਡੇ ਮਨਾਂ ਦੇ ਵਿੱਚ ਬੈਠੇ ਨੇ ਹਾਲੇ ਤੱਕ ਕਿ ਉਹਨਾਂ ਨੇ ਕਾਫੀ ਡੈਂਟ ਪਾਇਆ ਉਹਨਾਂ ਨੇ ਪੰਜਾਬ ਨੂੰ, ਸਿੱਖੀ ਨੂੰ। ਚਲੋ ਕਦੀ ਵੀ ਨਹੀਂ ਮਾਫੀ ਮਿਲੇਗੀ। ਹਾਂ, ਕਦੀ ਨਹੀਂ ਮਿਲੇਗੀ।
ਮੰਗਦੇ ਨੇ, ਜਾਂਦੇ ਨੇ ਉਹ ਉੱਥੇ, ਕੋਸ਼ਿਸ਼ ਕਦੀ ਕਰਦੇ ਵੀ ਨੇ। ਨਹੀਂ ਮਿਲੇਗੀ। ਇਹ ਗੁਰੂ ਦਾ ਫਰਮਾਨ ਹੈ। ਗੁਰੂ ਫੜ ਫੜ ਕੇ ਸਾੜਦਾ ਵੀ ਹੈ। ਸਾੜੇ ਸੀ ਨਾ ਮਸੰਦੂ ਮਹਾਰਾਜ ਨੇ, ਅਸੀਂ ਉਹ ਪਾਸਾ ਥੋੜਾ ਭੁੱਲ ਸਕਦੇ ਹਾਂ। ਇਹ ਸਾਨੂੰ ਹੁਣ ਬਣਾਈ ਜਾਂਦੇ, ਨਹੀਂ ਨਹੀਂ ਤੁਸੀਂ ਨਾ ਬਹੁਤ ਤੱਤੀਆਂ ਗੱਲਾਂ ਕਰਦੇ ਹੋ ਹੈ, ਤੁਸੀਂ ਜੀ ਦੁਨੀਆ ਦੇ ਤਾਂ ਤੁਸੀਂ ਸ਼ਾਂਤੀ ਭੰਗ ਕਰਦੇ ਹੋ। ਤੇ ਗੁਰੂ ਨੇ ਸ਼ਾਂਤੀ ਭੰਗ ਕੀਤੀ ਹੈ 14 ਲੜਾਈਆਂ ਲੜ ਕੇ, ਕਿ ਸ਼ਾਂਤੀ ਵਰਤਾਈ ਹੈ? ਤੁਹਾਡੇ ਵਰਗੀ ਮੁਰਦਿਹਾਨ ਨਹੀਂ ਵਰਤਾਈ, ਤੁਸੀਂ ਤਾਂ ਮੁਰਦਾ ਬਣਾ ਰਹੇ ਹੋ। ਤੁਹਾਡੀ ਸ਼ਾਂਤੀ ਹੈ ਕਬਰਾਂ ਦੀ ਸ਼ਾਂਤੀ, ਸਿਵਿਆਂ ਦੀ ਸ਼ਾਂਤੀ, ਮੌਤ। ਸਾਡੀ ਸ਼ਾਂਤੀ ਗੂੰਜ ਦਿੰਦੀ, ਦਿਲਾਂ ਦੇ ਵਿੱਚ ਠੰਡ ਪਾ ਕੇ ਉਹਨਾਂ ਨੂੰ ਤਕੜਿਆਂ ਕਰਦੀ ਹੈ। ਤੇ ਫਿਰ ਸ਼ਾਂਤੀ ਆਉਂਦੀ ਹੈ ਨਾ। ਸ਼ਾਂਤੀ ਕਿਹਦੇ ਕੋਲ ਹੈ? ਹੁਣ ਸ਼ਾਂਤੀ ਦੀ ਗੱਲ 2 ਮਿੰਟ ਜ਼ਰੂਰ ਕਰਾਂਗੇ। ਉਹ ਇਹ ਹੈ, ਜਿਸ ਬੰਦੇ ਦੇ ਕੋਲ ਡਰ ਨਹੀਂ ਹੈ, ਉਹ ਕਮਾ ਸਕਦਾ ਹੈ, ਉਹ ਖਾ ਸਕਦਾ, ਉਹ ਸ਼ਾਂਤ ਹੈ। ਤੁਸੀਂ ਬੰਦੇ ਨੂੰ ਘੁੱਗੂ ਬਣ ਕੇ ਬਿਠਾਇਆ ਉੱਥੇ, ਮੂੰਹ ਬੰਦ ਕਰਕੇ ਉਹਦਾ, ਤੇ ਅੰਦਰ ਤੜਫ ਰਿਹਾ ਅਗਲਾ। ਪਤਾ ਚੱਲਿਆ ਉਹਨੇ ਉੱਠ ਕੇ ਲੈ ਕੇ ਗਾਤਰ ਤੁਹਾਡਾ ਲਾਤਾ ਗਾਟਾ, ਕੀ ਕਰੇਗਾ? ਤੁਸੀਂ ਕਿਹੜੀ ਸ਼ਾਂਤੀ ਵਰਤਾ ਰਹੇ ਹੋ? ਔਰ ਏਦਾਂ ਦੀ ਸ਼ਾਂਤੀ ਕਦੀ ਵਰਤੀ ਨਹੀਂ ਦੁਨੀਆ 'ਚ। ਹਾਂ, ਜਿਹੜੀ ਬਿਲਕੁਲ ਉਹਦੇ ਨਾਲ ਸੰਗਿਆ ਦਿੱਤੀ ਜਾ ਸਕਦੀ ਹੈ ਕਿ ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆਉਣਾ ਹੋਵੇ, ਉਸ ਤੋਂ ਪਹਿਲਾਂ ਸਮੁੰਦਰ ਬਿਲਕੁਲ ਸ਼ਾਂਤ ਹੁੰਦਾ। ਸਾਡੇ ਸਮਾਜ ਦੇ ਵਿੱਚ ਅੱਜ ਅਜਿਹੀ ਸ਼ਾਂਤੀ ਦੇਖੀ ਜਾ ਸਕਦੀ ਹੈ ਪੰਜਾਬ ਦੇ ਵਿੱਚ। ਉੱਥੇ ਦੇਖੋ, ਉੱਥੇ ਬਹੁਤ ਕੁਝ ਸਿਰਜਿਆ ਜਾਂਦਾ ਹੈ ਕਿ ਸਾਡੀ ਅਸਲੀ ਸ਼ਾਂਤੀ ਨੂੰ ਭੰਗ ਕੀਤਾ ਜਾਏ। ਪੰਜਾਬ ਦੇ ਲੋਕਾਂ ਕੋਲ ਸ਼ਾਂਤੀ ਹੈ, ਬਹੁਤ ਸ਼ਾਂਤੀ ਹੈ, ਉਹਨਾਂ ਕੋਲ ਠੰਡ ਵੀ ਬਹੁਤ ਹੈ। ਮੈਨੂੰ ਤਾਂ ਪੰਜਾਬ ਤੋਂ ਸੋਹਣੇ ਲੋਕ ਕਿਤੇ ਵੀ ਨਹੀਂ ਲੱਗਦੇ। ਮੈਂ ਇਸ ਦੇਸ਼ ਦੀ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਆਪਣੇ ਵੀਰਾਂ ਭੈਣਾਂ ਦੀ ਇੱਥੇ ਅਮਰੀਕਾ 'ਚ ਬਹੁਤ ਸ਼ੁਕਰਗੁਜ਼ਾਰ ਹਾਂ। ਪਰ ਪੰਜਾਬ ਵਰਗੀ ਰੀਸ ਕਿੱਥੇ? ਪੰਜਾਬ ਕੋਲ ਜੋ ਹੈ ਉਹ ਕਿਸੇ ਕੋਲ ਨਹੀਂ ਹੈ, ਕਿਉਂਕਿ ਉਹ ਗੁਰੂ ਨੇ ਬੀਜਿਆ ਹੋਇਆ ਉਸ ਧਰਤੀ 'ਚ, ਗੁਰੂ ਦੇ ਕਰਮ ਬੀਜੇ ਹੋਏ ਨੇ ਉੱਥੇ। ਉੱਥੇ ਕਰਮ ਬਹੁਤ ਹੈ, ਤੇ ਪਰ ਅੱਜ ਕੱਲ੍ਹ ਕਰਮ ਲੱਭਦਾ ਨਹੀਂ ਉੱਥੇ ਲੱਭਦਾ ਨਹੀਂ, ਕਿਉਂਕਿ ਉੱਥੇ ਉਹ ਮੌਤ ਵਰਤਾਉਂਦੇ ਨੇ ਨਾ। ਉੱਥੇ ਉਹ ਹਰ ਵੇਲੇ ਜਿਹੜਾ ਜ਼ਾਬਰ ਹੈ, ਉਹ ਆਪਣਾ ਜ਼ੁਲਮ ਜਿਹੜਾ ਹੈ ਉਹਦਾ ਬਹੁਤ ਜ਼ਿਆਦਾ ਪ੍ਰਭਾਵ ਪਾ ਕੇ ਰੱਖਦਾ, ਜ਼ੁਲਮ ਦਾ ਪ੍ਰਭਾਵ। ਤੇ ਲੱਭੇ ਕਿੱਥੋਂ? ਉਹ ਗੁਰੂ ਕਹਿੰਦਾ ਵੀ ਤਗੜਾ ਹੋ ਲੜ। ਹੁਣ ਉਹ ਸਾਡੇ ਲੀਡਰ ਵੀ ਹੁੰਦੇ ਨੇ, ਸਾਡੇ ਬੱਚੇ ਵੀ ਹੁੰਦੇ ਨੇ, ਉਹ ਉੱਠਦੇ ਨੇ। ਹੁਣ ਤਾਂ ਗਰਭ 'ਚ ਹੀ ਮਾਰਤੇ 2-3, ਅਸੀਂ ਗੱਲ ਕਰਕੇ ਪਹਿਲਾਂ ਹਟਿਆ। ਪਰ ਸਾਡਾ ਗੁਰੂ ਕਹਿੰਦਾ ਨਹੀਂ, ਤੂੰ ਉੱਠਦਾ ਰਹਿ। ਤੇ ਇਟਸ ਨਾਟ ਈਜ਼ੀ। ਜਿਹਦੇ ਹੱਥ ਵਿੱਚ ਵੀ ਤਾਕਤ ਹੋਏਗੀ, ਉਹਨੇ ਜਿਹੜਾ ਸੱਚ ਹੈ ਔਰ ਜਿਹੜੀ ਹਿੰਮਤ ਹੈ, ਉਹਨੂੰ ਦਬਾਉਣਾ ਹੀ ਹੁੰਦਾ। ਸੋ ਅਸੀਂ ਉਹੀ ਗੱਲਾਂ ਕਰਕੇ ਹਟੇ ਹਾਂ ਕਿ ਆਪਾਂ ਆਪਣੀ ਸ਼ਾਂਤੀ ਆਪਣੇ ਗੁਰੂ ਤੋਂ ਲੱਭਣੀ ਹੈ। ਕਿਹੋ ਜਿਹੀ ਸ਼ਾਂਤੀ? ਜਿੱਦਾਂ ਦੀ ਕਲਗੀਧਰ ਪਾਤਸ਼ਾਹ। ਕੁਛ ਕਲਗੀਧਰ ਵਰਗਾ ਸ਼ਾਂਤ ਕੌਣ ਹੈ? ਕੌਣ ਹੈ ਕਲਗੀਧਰ ਤੋਂ ਜ਼ਿਆਦਾ ਸ਼ਾਂਤ? ਤੇ ਕੌਣ ਹੈ ਕਲਗੀਧਰ ਤੋਂ ਜ਼ਿਆਦਾ ਬੁਲੰਦ? ਤੇ ਕੌਣ ਹੈ ਕਲਗੀਧਰ ਤੋਂ ਜ਼ਿਆਦਾ ਨਗਾਰੇ ਵਜਾਉਣ ਵਾਲਾ? ਕੌਣ ਹੈ ਕਲਗੀਧਰ ਤੋਂ ਜ਼ਿਆਦਾ ਦੁਸ਼ਮਣ ਨੂੰ ਭੱਜਣਾ ਪਾਉਣ ਵਾਲਾ? ਕੌਣ ਹੈ? ਤੇ ਸਿੱਖ ਦੀ ਜਿਹੜੀ ਉਹਦੀ ਖਸਲਤ ਹੈ, ਮਤਲਬ ਉਹਦੀ ਜਿਹੜੀ ਕੁਆਲਿਟੀ ਹੈ ਸਿੱਖੀ ਦੀ, ਉਹਦੇ ਵਿੱਚ ਸ਼ਾਂਤੀ ਤੇ ਨਾਦ ਇਕੱਠੇ ਰਹਿੰਦੇ। ਸੂਰਜ ਤੇ ਚੰਦਰਮਾ, ਗੁਰਬਾਣੀ ਦੇ ਸ਼ਬਦ ਪੜੋ ਨਾ ਤੁਸੀਂ, ਤੁਹਾਡੇ ਤੌਰ ਪਹੁੰਚ ਜਾਣਗੇ। ਸਾਹਿਬ ਜੀ ਕਹਿੰਦੇ ਚੰਦਰਮਾ ਦੇ ਘਰ ਸੂਰਜ। ਹੁਣ ਤੁਸੀਂ ਕਹੋਗੇ ਚੰਦਰਮਾ ਦੇ ਘਰ ਸੂਰਜ ਕਿੱਦਾਂ ਰਹਿੰਦਾ? ਇਹ ਪ੍ਰਤੀਕ ਵਰਤੇ ਹੋਏ ਨੇ, ਬਿੰਬ। ਤੁਸੀਂ ਨਿਹਾਲ ਹੋ ਜਾਓਗੇ ਪੜ ਪੜ ਕੇ। ਤੁਹਾਡੇ ਅੰਦਰ ਚੰਦਰਮਾ ਵਰਗੀ ਠੰਡ ਹੈ, ਪਰ ਸੂਰਜ ਵਰਗਾ ਤੇਜ ਵੀ ਹੈ। ਇਕੱਠੇ ਰਹਿੰਦੇ ਨੇ। ਮੀਰੀ ਤੇ ਪੀਰੀ। ਪੀਰ ਕਿੱਥੋਂ ਮੀਰ ਬਣਦੇ ਦੱਸੋ ਮੈਨੂੰ? ਮੀਰਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਇੰਨੀਆਂ ਮੇਰੀਆਂ ਫੌਜਾਂ, ਇੰਨੀਆਂ ਮੇਰੀਆਂ ਰਾਣੀਆਂ, ਇੰਨੇ ਮੇਰੇ ਸੋਨੇ। ਉਹਨੂੰ ਕਹਿੰਦੇ ਤੂੰ ਪੀਰ ਹੈ। ਅਸੀਂ ਮੀਰ ਵੀ ਤੇ ਪੀਰ ਇਕੱਠੇ ਹਾਂ। ਅਸੀਂ ਸੰਤ ਵੀ ਤੇ ਯੋਧੇ ਇਕੱਠੇ ਹਾਂ। ਸਾਹਿਬ ਕਹਿੰਦੇ ਸੰਤ ਦੇਖੋ ਕੌਣ ਹੈ? ਸੰਤ ਦਾ ਸਿੰਪਲ ਮੀਨਿੰਗ ਹੈ ਜਿਹਦੇ ਕੋਲ ਸ਼ਾਂਤੀ ਹੈ, ਜਿਹਦੇ ਇੰਦਰੇ ਸ਼ਾਂਤ ਨੇ ਤੇ ਉਹਦਾ ਮਨ ਵੀ ਸ਼ਾਂਤ ਹੈ, ਭੁੜਕਦਾ ਨਹੀਂ ਹੈ। ਉਹਦੇ ਅੱਗੇ ਹੁਸਨ ਆ ਜਾਏ, ਉਹਦੇ ਅੱਗੇ ਦੌਲਤ ਆ ਜਾਏ, ਉਹਦੇ ਅੱਗੇ ਪਦਵੀਆਂ ਆ ਜਾਣ, ਸੰਤ ਨਹੀਂ ਭਟਕਦਾ। ਤੇ ਗੁਰੂ ਸੰਤ ਹੈ ਨਾ, ਹੋਰ ਆਮ ਬੰਦੇ ਕਿੱਥੋਂ ਲੱਭਣਗੇ ਤੁਹਾਨੂੰ? ਤੇ ਯੋਧਾ ਵੀ ਗੁਰੂ ਹੀ ਹੈ, ਕਿਉਂਕਿ ਗੁਰੂ ਨੇ ਕਿਸੇ ਵੀ ਵਿਕਾਰ ਨੂੰ ਟਿਕਣ ਨਹੀਂ ਦੇਣਾ, ਭਜਾ ਦੇਣਾ। ਇੱਦਾਂ ਜਿਹੜਾ ਸਿੱਖ ਹੈ
ਉਹਨੂੰ ਸੰਤ ਸਿਪਾਹੀ ਕਹਿੰਦੇ, ਪਰ ਸਿਪਾਹੀ ਬਹੁਤ ਛੋਟਾ ਲਫ਼ਜ਼ ਹੈ, ਮੈਂ ਕਦੀ ਨਹੀਂ ਕਹਿੰਦੀ। ਅਸੀਂ ਯੋਧੇ ਹਾਂ ਤੇ ਅਸੀਂ ਸੰਤ ਹਾਂ। ਯੋਧਾ ਲਫ਼ਜ਼ ਹੈ ਸਾਡਾ ਜਿਹੜਾ ਗੁਰੂ ਨੇ ਸਾਨੂੰ ਦਿੱਤਾ ਹੈ, ਕਿਉਂਕਿ ਅਸੀਂ ਮੀਰ ਤੇ ਪੀਰ ਹਾਂ, ਕਿਉਂਕਿ ਅਸੀਂ ਗੁਰੂ ਕੇ ਖਾਲਸੇ ਹਾਂ, ਕਿਉਂਕਿ ਅਸੀਂ ਕਲਗੀਧਰ ਤੋਂ ਸ਼ਾਂਤ ਰਹਿਣਾ ਵੀ ਸਿੱਖਿਆ, ਰਬਾਬ ਵਜਾਉਣਾ ਵੀ ਸਿੱਖਿਆ, ਤਾਊਸ ਦੇ ਨਾਲ ਰੰਗ ਮੰਨਣਾ ਵੀ ਸਿੱਖਿਆ, ਗਿਆਨ ਦੇ ਨਾਲ ਇੱਕਮਿਕ ਹੋਣਾ ਵੀ ਸਿੱਖਿਆ, ਤੇ ਯੁੱਧ ਕਲਾ ਦੇ ਵਿੱਚ ਨਿਪੁੰਨ ਹੋਣਾ। ਮੈਂ ਤੇ ਨਹੀਂ ਹਾਂ, ਪਰ ਕਰਮ ਦੀ ਗੱਲ ਹੀ ਆ ਜਾਂਦੀ ਹੈ ਫਿਰ ਉੱਥੇ ਆ ਜਾਣੀ। ਕਰਮ ਖੰਡ ਜਪਜੀ ਸਾਹਿਬ ਦੇ ਵਿੱਚ ਕਿਸ ਨੂੰ ਕਿਹਾ? ਕਰਮ ਖੰਡ ਕੀ ਬਾਣੀ ਜੋਰ। ਪਹਿਲਾਂ ਗਿਆਨ ਖੰਡ ਆਏਗਾ। ਕੀ ਹੈ? ਹਾਂਜੀ, ਪਹਿਲਾਂ ਗਿਆਨ ਖੰਡ ਆਏਗਾ। ਜਦੋਂ ਕਹਿੰਦੇ ਨਾ ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾ ਆਖੋ। ਕਹਿੰਦੇ ਹੁਣ ਮੈਂ ਗਿਆਨ ਖੰਡ ਦੀਆਂ ਬਖਸ਼ਿਸ਼ਾਂ ਦੱਸਣ ਲੱਗਾ। ਗੁਰੂ ਨਾਨਕ ਪਾਤਸ਼ਾਹ ਗਿਆਨ ਖੰਡ ਕਾ ਆਖੋ ਕਰਮ, ਸਭ ਤੋਂ ਪਹਿਲਾਂ ਹੈਗਾ ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪੌਣ ਪਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਇਹ ਜੋ ਪੁਰਾਣਾ 'ਚ ਜੋ ਲਿਖਿਆ ਉਹਦੀ ਵਿਆਖਿਆ ਕਰ ਰਹੇ ਨੇ ਵੀ ਇਹ ਕਹਿੰਦੇ ਨੇ ਕੇਤੇ ਪੌਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਦੋਂ ਤੂੰ ਗਿਆਨ ਖੰਡ 'ਚ ਤੇਰੀ ਸੁਰਤ ਪਹੁੰਚ ਗਈ ਨਾ ਬੰਦਿਆ, ਪਹਿਲਾਂ ਤੇ ਤੂੰ ਧਰਮ ਖੰਡ 'ਚ ਧਰਮ ਕਮਾਉਣਾ, ਫਰਜ਼ ਕਮਾਉਣਾ, ਫਰਜ਼ ਹੈ ਤੇਰਾ ਆ ਕਰਨਾ, ਫਿਰ ਤੈਨੂੰ ਆ ਸਾਰਾ ਗਿਆਨ ਆ ਜਾਏਗਾ। ਕਿੰਨੇ ਬੁੱਧ ਹੋਏ, ਕਿੰਨੇ ਈਸ਼ਰ, ਕਿੰਨੇ ਦੇਵੀ ਦੇਵਤੇ, ਕਿੰਨਾ ਕੀ ਕੁਝ, ਸਾਰਾ ਕੁਝ ਨਦਰੇ ਕਰਮ ਦਾ ਸਦਕਾ ਤੇਰੇ ਗਿਆਨ ਦਾ ਹਿੱਸਾ ਬਣ ਜਾਏਗਾ। ਇਹ ਮਹਾਰਾਜ ਨੇ, ਹੁਣ ਅਸੀਂ ਇਹਨੂੰ ਡਿਟੇਲ 'ਚ ਨਹੀਂ ਕਰਨਾ ਕਿਉਂਕਿ ਅਸੀਂ ਆਲਰੇਡੀ ਇਹਨਾਂ ਸਾਰੀਆਂ ਗੱਲਾਂ ਕਰ ਆਏ ਹਾਂ। ਇਹ ਸਾਰਾ ਗਿਆਨ ਖੰਡ ਹੈ। ਜਦੋਂ ਤੁਹਾਡੀ ਆਪਾਂ ਸੁਰਤ ਨੂੰ ਪਰਖ, ਵੇਖੋ 1 ਮੀਟਰ ਵੀ ਹੈਗਾ ਸਾਨੂੰ ਆਪਣੇ ਅੰਦਰ ਦੀ, ਅਸੀਂ ਕਹਿੰਦੇ ਅਸੀਂ ਆਪਣੇ ਅੰਦਰ ਦੀ ਚੜ੍ਹਾਈ ਪਰਖਣੀ ਹੈ। ਅਸੀਂ ਆਪਣੀ ਪੇਂਡੂ ਬੋਲੀ 'ਚ ਬੋਲੀਏ ਹੈ ਨਾ, ਅਸੀਂ ਆਪਣੇ ਅੰਦਰ ਦੀ ਅਵਸਥਾ ਪਰਖਣੀ। ਅਵਸਥਾ ਬੜਾ ਅੱਜ ਕੱਲ੍ਹ ਚੱਲਿਆ ਹੋਇਆ, ਅਵਸਥਾ ਹੈ ਨਾ। ਪਹਿਲਾਂ ਤਾਂ ਅਵਸਥਾ ਹੀ ਪਤਾ ਹੋਵੇ ਵੀ ਹੈ ਕੀ ਹੈ, ਤੇ ਅਵਸਥਾ ਪਰਖਣੀ ਕਿੱਥੋਂ ਹੈ? ਕੌਣ ਹੈ ਜਿਹੜਾ ਤੁਹਾਨੂੰ ਮੀਟਰ? ਅਵਸਥਾ ਕਿਹਨੂੰ ਕਹਿੰਦੇ ਆ? ਕੀ ਅਵਸਥਾ? ਹਾਲਤ, ਮੇਰੇ ਮਨ ਦੀ ਹਾਲਤ, ਰੂਹ ਦੀ, ਕਿਹੜੀ ਸਟੇਜ ਤੇ? ਰੂਹ ਦੀ ਹਾਲਤ। ਹੁਣ ਉਹ ਕਹਿੰਦੇ ਅਵਸਥਾਵਾਂ ਨੇ, ਹਾਂ ਹੈ ਨੇ ਅਵਸਥਾਵਾਂ। ਤੁਸੀਂ ਧਰਮ ਖੰਡ ਪੂਰਾ ਕਰ ਲਿਆ, ਪਹਿਲਾਂ ਪਤਾ ਕਰੋ ਫਰਜ਼ ਨਿਭਾਉਂਦੇ ਹੋ ਗੁਰੂ ਨੇ ਕਿਹਾ ਹੈ। ਪ੍ਰਿਥਵੀ ਲਈ ਫਰਜ਼ ਨਿਭਾ ਰਹੇ ਹੋ, ਧਰਤੀ ਲਈ ਆਪਣਾ ਫਰਜ਼ ਅਦਾ ਕਰ ਰਹੇ ਹੋ, ਹਵਾ ਲਈ ਕਰ ਰਹੇ ਹੋ, ਪਾਣੀ ਲਈ ਕਰ ਰਹੇ ਹੋ, ਜੀਵਾਂ ਲਈ ਕਰ ਰਹੇ ਹੋ, ਪਰਿਵਾਰ ਲਈ ਕਰ ਰਹੇ ਹੋ। ਇਹ ਤੇ ਫਸਟ ਪੌੜੀ, ਇਹਨੂੰ ਪ੍ਰਵਿਰਤੀ ਕਰਮ ਵੀ ਕਿਹਾ ਹੈ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਰੂਹ ਦਾ ਆਨੰਦ ਕਾਰਜ ਇਹਦੇ ਮਾਲਕ ਨਾ ਹੋਣਾ ਹੈ। ਪ੍ਰਣਾਏ ਜਾਣਾ ਹੈ ਨਾ ਅਸੀਂ, ਜਦੋਂ ਪ੍ਰਣਾਏ ਜਾਵਾਂਗੇ ਤੇ ਉਹਦਾ ਅੰਗ ਬਣ ਜਾਵਾਂਗੇ। ਤੇ ਪ੍ਰਵਿਰਤੀ ਕਰਮ ਹੈ ਪਹਿਲੀ ਲਾਂ। ਤੇ ਅਸੀਂ ਬੀਬੀ ਨੂੰ ਵੀ ਸਮਝਾਉਂਦੇ ਆ ਜਾਂ ਬੰਦੇ ਨੂੰ ਸਮਝਾਉਂਦੇ, ਭਾਈ ਜਦੋਂ ਤੁਸੀਂ ਤੁਰਨਾ ਹੈ ਗ੍ਰਸਥ ਜੀਵਨ ਦੇ ਵਿੱਚ ਤੇ ਤੁਸੀਂ ਆਪਣੇ ਕਰਮ ਦ੍ਰਿੜ ਕਰਨੇ ਹੈ। ਇੱਕ ਦੂਜੇ ਦੇ ਪ੍ਰਤੀ ਫਰਜ਼, ਸਮਾਜ ਦੇ ਪ੍ਰਤੀ, ਆਪਣੇ ਪਰਿਵਾਰ ਦੇ ਪ੍ਰਤੀ ਭੁੱਲਣਾ ਨਹੀਂ ਹੈ, ਧਿਆਨ ਰੱਖਣਾ ਹੈ। ਇਹੀ ਹੈ ਰੂਹ ਦਾ ਵੀ, ਇਹੀ ਹੈ ਨਾ। ਉਹ ਨਹੀਂ ਹੋਣਗੇ ਤਾਂ ਜੀਵਨ ਨਹੀਂ ਚੱਲੇਗਾ। ਹੁਣ ਬੀਬੀ ਚਲੀ ਜਾਏ ਉੱਥੇ ਵਿਆਹ ਕਰਕੇ, ਸਪੈਸ਼ਲੀ ਆਨੰਦ ਕਾਰਜ ਕਰਾ ਕੇ, ਉਹਨੂੰ ਤਾਂ ਪਤਾ ਹੀ ਨਹੀਂ ਲੱਗੇ ਕਿ ਮੈਂ ਆਪਣੀ ਮਾਂ ਨੂੰ ਵੀ, ਜਿਹੜੀ ਮੇਰੇ ਹਸਬੈਂਡ ਦੀ ਮਾਂ ਹੈ, ਮੈਂ ਉਹਨੂੰ ਵੀ ਧਿਆਨ ਰੱਖਣਾ ਹੈ, ਮੈਂ ਆਪਣੇ ਹਸਬੈਂਡ ਨੂੰ ਵੀ ਧਿਆਨ ਰੱਖਣਾ ਹੈ, ਮੈਂ ਆਪਣੇ ਸਹੁਰਾ ਸਾਹਿਬ ਨੂੰ ਵੀ ਦੇਖਣਾ ਹੈ, ਮੈਂ ਪਰਿਵਾਰ ਨੂੰ ਬੰਨਣਾ। ਉਹਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਪਰ ਉਹਨੂੰ ਕਰਨੀ ਚਾਹੀਦੀ ਹੈ ਬਿਕੋਜ਼ ਸ਼ੀ ਇਜ਼ ਬੋਰਨ ਵਿਦ ਆਲ ਦੋਜ਼ ਕੁਆਲਿਟੀਜ਼। ਬੰਦੇ ਦਾ ਕੰਮ ਹੈ ਸਾਰਿਆਂ ਨੂੰ ਕਮਾ ਕੇ ਲਿਆ ਕੇ ਦੇਣਾ ਤੇ ਸਭ ਦੀ ਪ੍ਰੋਟੈਕਸ਼ਨ ਕਰਨਾ। ਅਸੀਂ ਐਵੇਂ ਹੀ ਘਚੋਲੇ ਪਾਏ ਹੋਏ ਨੇ। ਹੁਣ ਪਾਓ ਘਚੋਲੇ, ਦੁਖੀ ਹੋ ਗਏ। ਸੋ ਇੱਥੇ ਸਾਹਿਬ ਸਾਨੂੰ ਗਿਆਨ ਸਾਰਾ ਕਹਿੰਦੇ, ਜਦੋਂ ਤੇਰੇ ਧਰਮ ਖੰਡ ਠੀਕ ਹੋ ਗਿਆ, ਤੇਰੇ ਮਨਜ਼ੂਰ ਹੋ ਗਿਆ, ਨਦਰੇ ਕਰਮ ਹੋ ਗਈ, ਫਿਰ ਤੈਨੂੰ ਗਿਆਨ ਆ ਜਾਏਗਾ। ਗਿਆਨ ਖੰਡ ਕਾ ਆਖੋ ਕਰਮ, ਇਹ ਕਰਤਾ ਮਹਾਰਾਜ ਨੇ। ਗਿਆਨ ਪ੍ਰਚੰਡ ਹੋ ਗਿਆ। ਫਿਰ ਅੱਗੇ ਆ ਗਿਆ ਕਰਮ ਖੰਡ। ਤੇਰੇ ਕੋਲ ਗਿਆਨ ਵੀ ਦੇ ਦੇਗਾ, ਧਰਮ ਵੀ ਹੋ ਗਿਆ। ਫਿਰ ਅੱਗੇ ਕਰਮ ਖੰਡ ਹੈ। ਕਰਮ ਖੰਡ ਕੀ ਬਾਣੀ ਜ਼ੋਰ। ਜਦੋਂ ਸੁਰਤ ਕਰਮ ਖੰਡ ਵਿੱਚ ਪਹੁੰਚਦੀ ਹੈ ਜਾਂ ਮਨ ਤੁਹਾਡਾ ਕਰਮ ਖੰਡ ਵਿੱਚ ਪਹੁੰਚ ਜਾਂਦਾ ਹੈ, ਫਿਰ ਤੁਹਾਡੇ ਬੋਲਾਂ ਵਿੱਚ ਬਹੁਤ ਜ਼ੋਰ ਹੁੰਦਾ ਹੈ, ਤਾਕਤ, ਉਹਦਾ ਪ੍ਰਭਾਵ ਬਹੁਤ ਵੱਧ ਜਾਂਦਾ।
ਤੁਹਾਡੇ ਬੋਲਾਂ ਦਾ ਪ੍ਰਭਾਵ ਬਹੁਤ ਵੱਧ ਜਾਂਦਾ ਹੈ। ਬਖਸ਼ਿਸ਼ ਹੈ ਨਾ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਉਦੋਂ ਤੇਰੀ ਸੁਰਤ ਵਿੱਚ ਹੋਰ ਚੀਜ਼ਾਂ ਨਹੀਂ ਚੱਲਣਗੀਆਂ, ਉਹੀ ਚੱਲੇਗਾ, ਗੁਰੂ ਤੇ ਰੱਬ। ਉਹਦੇ ਕਰਮ ਚੱਲਣਗੇ, ਉਹਦੀ ਬਖਸ਼ਿਸ਼ ਚੱਲੇਗੀ। ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ। ਉਸ ਖੰਡ ਵਿੱਚ ਜਿਹੜੀ ਸੁਰਤ ਪਹੁੰਚ ਗਈ ਹੈ, ਉਸ ਅਵਸਥਾ ਦੇ ਵਿੱਚ, ਉਸ ਹਿੱਸੇ ਦੇ ਵਿੱਚ ਰੂਹਾਨੀਅਤ ਦੇ, ਉਹ ਜੋਧੇ ਮਹਾਬਲ ਸੂਰਮੇ ਹੋ ਜਾਂਦੇ ਨੇ। ਇਕੱਲੇ ਸੂਰਮੇ ਤਲਵਾਰਾਂ ਨਾਲ ਨਹੀਂ ਹੁੰਦੇ। ਸੂਰਮੇ ਉਹ ਵੀ ਨੇ ਜਿਹੜੇ ਹਰ ਇੱਕ ਔਗਣ ਦਾ ਟਾਕਰਾ ਕਰਨ ਦੇ ਲਾਇਕ ਹੋ ਜਾਂਦੇ ਆ ਪ੍ਰਭੂ ਦੀ ਬਖਸ਼ਿਸ਼ ਦੇ ਨਾਲ। ਫਿਰ ਉਹ ਕਹਿੰਦੇ ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਇੱਥੇ ਰਾਮਚੰਦਰ ਦੀ ਗੱਲ ਨਹੀਂ ਹੈ, ਰਮਿਆ ਹੋਇਆ ਰਾਮ। ਉਹਨਾਂ 'ਚ ਰਾਮ ਰਮ ਜਾਂਦਾ ਹੈ, ਉਹ ਰਾਮ ਦਾ ਹੀ ਰੂਪ ਹੋ ਜਾਂਦੇ ਨੇ। ਠੀਕ ਹੈ ਜੀ। ਰਾਮ ਰਹਿਆ ਭਰਪੂਰ, ਭਰਿਆ ਪਿਆ ਉਹਨਾਂ ਦੇ ਅੰਦਰ। ਰਾਮ ਹੀ ਨਿਕਲੇਗਾ, ਗੁਰੂ ਹੀ ਨਿਕਲੇਗਾ, ਵਾਹ ਹੀ ਨਿਕਲੇਗਾ, ਹਰੀ ਨਿਕਲੇਗਾ, ਅੱਲਾ ਹੀ ਨਿਕਲੇਗਾ। ਹਰ ਗੱਲ ਤੇ ਅੱਲਾ ਨਿਕਲੇਗਾ। ਹਾਂ, ਫਿਰ ਕਹਿੰਦੇ ਤਿੱਥੇ ਸੀਤੋ, ਸੀਤਾ, ਇੱਥੇ ਸੀਤਾ ਦੀ ਗੱਲ ਨਹੀਂ ਹੋ ਰਹੀ। ਤਿੱਥੇ ਉਸ ਅਵਸਥਾ ਦੇ ਵਿੱਚ ਸੀਤੋ, ਸੀਤਾ, ਸੀਤਾ ਗਿਆ ਹੈ ਮਹਿਮਾ ਮਾਏ। ਉਸ ਦੀ ਮਹਿਮਾ 'ਚ ਸੀਤਾ ਗਿਆ ਹੈ। ਉਹਦਾ ਮਨ, ਉਹਦਾ ਤਨ, ਉਹਦੀ ਆਤਮਾ, ਉਹਦੀ ਸੁਰਤ। ਤਿੱਥੇ ਸੀਤੋ ਸੀਤਾ ਮਹਿਮਾ ਮਾਏ। ਫਿਰ ਕਹਿੰਦੇ ਹੈ ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਜਿਹਦੇ ਅੰਦਰ ਆ ਕੇ ਵਸ ਗਿਆ ਨਾ, ਇੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਤਾਂ ਕਿ ਰੂਪ ਨਾ ਕਥਨੇ ਜਾਏ। ਉਹਨਾਂ ਦਾ ਰੂਪ ਵੀ ਨਹੀਂ ਤੁਹਾਡੇ ਕੋਲੋਂ ਵਿਖਿਆਨ ਹੁੰਦਾ, ਇੰਨੇ ਉਹ ਅੰਦਰੋਂ ਬਾਹਰੋਂ ਖੂਬਸੂਰਤ ਹੋ ਜਾਂਦੇ ਨੇ। ਉਹਨਾਂ ਦੇ ਕੋਲ ਇੰਨੀਆਂ ਖੂਬਸੂਰਤ ਚੀਜ਼ਾਂ ਹੁੰਦੀਆਂ ਨੇ, ਇੰਨੀਆਂ ਸੋਹਣੀਆਂ ਉਹ ਤੁਹਾਨੂੰ ਗੱਲਾਂ ਸੁਣਾਉਂਦੇ, ਇੰਨਾ ਤੁਹਾਨੂੰ ਠੰਡ ਪਾਉਂਦੇ ਆ। ਗੁਰੂ ਦੇ ਕੋਲ ਬਹਿ ਕੇ ਠੰਡ ਮਿਲਦੀ ਹੈ ਨਾ, ਸਿੱਖਾਂ ਕੋਲ ਬਹਿ ਕੇ ਠੰਡ ਮਿਲਦੀ ਹੈ, ਭਗਤਾਂ ਕੋਲ ਬਹਿ ਕੇ ਠੰਡ ਮਿਲਦੀ ਹੈ। ਹੋਲੀ ਲੋਕੀ ਜਿਹੜੇ ਹੁੰਦੇ, ਐ ਨਹੀਂ ਕਿ ਇਕੱਲੇ ਹੋਰ ਕਿਤੇ ਨਹੀਂ ਹੁੰਦੇ, ਬ੍ਰਾਹਮਣਾਂ 'ਚ ਵੀ ਹੁੰਦੇ ਨੇ, ਉਹ ਮੁਸਲਮਾਨ ਵੀਰਾਂ 'ਚ ਵੀ ਹੁੰਦੇ ਨੇ। ਬੜੇ ਚੰਗੇ ਹੁੰਦੇ ਨੇ ਸੂਫੀ ਲੋਕ, ਬੜੇ ਚੰਗੇ ਮੇਰੇ ਮੁਸਲਮਾਨ ਫਰੈਂਡ ਨੇ। ਕਿਆ ਬਾਤਾਂ ਕਰਦੇ ਨੇ, ਕਿੰਨਾ ਮਿੱਠਾ ਬੋਲਦੇ ਨੇ, ਕਿੰਨੀਆਂ ਉਹ ਸੋਹਣੀਆਂ ਗੱਲਾਂ ਕਰਦੇ। ਸੋ ਜਿਹੜੇ ਬੰਦੇ ਇੱਦਾਂ, ਜਿਹੜੀ ਰੂਹ ਉੱਥੇ ਪਹੁੰਚ ਗਈ ਹੈ, ਜਿਹੜੀ ਮੱਤ ਉੱਥੇ ਚਲੀ ਗਈ ਹੈ, ਹਾਂ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨੋ। ਇਹ ਤਾਂ ਈਜ਼ੀ ਹੈ ਨਾ, ਠੱਗੇ ਵੀ ਨਹੀਂ ਜਾਂਦੇ, ਮਤਲਬ ਵਿਕਾਰ ਉਹਨਾਂ ਨੂੰ ਠੱਗ ਨਹੀਂ ਸਕਦੇ। ਜਿਨਕੇ ਰਾਮ ਵਸੇ ਮਨ में। ਫਿਰ ਕਹਿੰਦੇ ਤਿੱਥੇ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ। ਇੱਥੋਂ ਤੱਕ ਆ ਗਿਆ ਕਰਮਖੰਡ। ਤਿੱਥੇ ਭਗਤ ਵਸੇ ਕੇ, ਕਹਿੰਦੇ ਕਿਆ ਕਿਆ ਲੋਕ ਨੇ ਜਿੱਥੇ ਤੇਰੇ ਭਗਤ ਇਹੋ ਜਿਹੇ ਵਸ ਰਹੇ ਨੇ। ਕਰੇ ਆਨੰਦ ਸੱਚਾ ਮਨ, ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਸੱਚਾ ਵਸਿਆ ਹੋਇਆ ਹੈ। ਫਿਰ ਅੱਗੇ ਆਉਂਦਾ ਸੱਚਖੰਡ। ਅੱਜ ਦੀ ਗੱਲਬਾਤ ਆਪਾਂ ਇੱਥੇ ਰੁਕਦੇ ਆ, ਇੱਥੇ ਹੈ ਨਾ, ਇੱਥੇ ਹੀ ਬਸ ਕਰਦੇ ਆ ਅੱਜ ਦਾ ਅਧਿਆਇ। ਵਕਤ ਵੀ ਕਈ ਵਾਰੀ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ, ਕਿਉਂਕਿ ਸਾਡੇ ਦਰਸ਼ਕ ਵੀ ਲਗਾਤਾਰ ਉਹਨਾਂ ਦਾ ਵੀ ਜਿਹੜਾ ਮਨ ਹੈ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਕੰਮਕਾਜ ਵੀ ਕਰਨੇ ਹੁੰਦੇ ਨੇ। ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਕੰਮਕਾਜ ਵੀ ਕਰਨ ਦੇਈਏ। ਇਸ ਅਧਿਆਇ ਨੂੰ ਆਪਾਂ ਅੱਗੇ ਤੋਰਦੇ ਹਾਂ ਥੋੜ੍ਹੀ ਦੇਰ ਬਾਅਦ। ਸੋ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਟੂਡੀਓ 'ਚ ਵੀ ਆਏ, ਖਾਸ ਕਰਕੇ ਇੰਨੀ ਦੂਰੋਂ ਤੁਸੀਂ ਚੱਲ ਕੇ ਆਏ ਹੋ, ਸਮਾਂ ਵੀ ਕੱਢਿਆ। ਤੁਸੀਂ ਇੰਗਲਿਸ਼ ਦੇ ਟੀਚਰ ਹੋ ਅਤੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਕਾਰਜ ਹੈ, ਪਰ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਾਰਜ ਨਿਭਾਉਂਦੇ ਹੋਏ ਤੁਸੀਂ ਗੁਰਮਤਿ ਦੇ ਨਾਲ ਵੀ ਜੁੜੇ ਹੋਏ ਹੋ ਅਤੇ ਆਪਣਾ ਉੱਧਰ ਵੀ ਨਿਭਾ ਕਰਦੇ ਹੋ। ਹੁੰਦਾ ਤਾਂ ਆਮ ਬੰਦੇ ਨੂੰ ਦੇਖਣ ਲਈ ਔਖਾ ਲੱਗਦਾ, ਪਰ ਤੁਸੀਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰਦੇ ਹੋ ਕਿ ਇਹ ਹੁਣ ਸਹਿਜ ਹੈ, ਹੁਣ ਤਾਂ ਇਹ ਜ਼ਿੰਦਗੀ ਦਾ ਹੀ ਇੱਕ ਹਿੱਸਾ, ਇਹ ਸਿੱਖੀ, ਸੇਵਕੀ ਅਤੇ ਸਾਰਾ ਕੁਛ ਇਹ ਗੱਲਾਂ ਕਰਨੀਆਂ। ਦੇਖੋ, ਮੈਂ ਇੱਕ ਚੀਜ਼ ਸਿਰਫ ਆਪਣੇ ਸਾਹਿਬ ਦੇ ਦਰ ਤੋਂ ਜਿਹੜੀ ਮੈਨੂੰ ਸਾਹਿਬ ਨੇ ਬਖਸ਼ਿਸ਼ ਕੀਤੀ, ਮੈਂ ਨਹੀਂ ਲਈ, ਮੇਰੇ 'ਚ ਤਾਂ ਕੀ ਹਿੰਮਤ ਹੈ, ਕਿਸੇ 'ਚ ਵੀ ਨਹੀਂ ਹੈ। ਉਹ ਆਪ ਹੀ ਤੋਰ ਲੈਂਦਾ ਹੈ ਤੁਹਾਨੂੰ। ਬਿਲਕੁਲ, ਕਿਉਂਕਿ ਜਦੋਂ ਤੁਸੀਂ, ਰੱਬ ਨੇ ਤੁਹਾਨੂੰ ਉਹੀ ਦੇਣਾ ਹੈ ਜੋ ਤੁਹਾਡੇ ਅੰਦਰ ਪਨਪ ਜਾ ਰਿਹਾ ਹੈ। ਸੋ ਇਹ ਚੀਜ਼ਾਂ, ਇਹ ਬਖਸ਼ਿਸ਼ਾਂ, ਔਰ ਇਹਦੇ ਵਿੱਚ ਰਸ ਹੀ ਰਸ ਹੈ, ਇਹਦੇ 'ਚ ਕੋਈ ਥਕਾਨ ਨਹੀਂ ਹੈ, ਇਹਦੇ 'ਚ ਬਲਕਿ ਦੁੱਗਣੀ ਖੁਸ਼ੀ ਹੈ। ਕਹਿੰਦੇ ਕਿ ਜਦੋਂ ਤੁਸੀਂ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ, ਜਦੋਂ ਮੈਨੂੰ ਲੱਗਦਾ ਕਿ ਜਦੋਂ ਉਹ ਸਭ ਨੂੰ ਸੁਣਾਉਂਦੇ ਹੋਣਗੇ, ਉਹ ਕਿੰਨੇ ਵਜਦ ਵਿੱਚ ਹੁੰਦੇ ਹੋਣਗੇ। ਔਰ ਜਦੋਂ ਉਹ ਗਾਉਂਦੇ ਸੀਗੇ ਤੇ ਭਾਈ ਮਰਦਾਨਾ ਜੀ ਉਹਨਾਂ ਦਾ ਚਿਹਰਾ ਹੀ ਦੇਖਦੇ ਸੀ,
ਤੇ ਰਬਾਬ ਦੀ ਸਭ ਤੋਂ ਸੁਰੀਲੀ ਸੁਰ ਛਿੜ ਜਾਂਦੀ ਸੀ। ਉਹ ਕਿੱਡਾ ਵਿਸਮਾਦ ਹੈ, ਉਹ ਕਿੰਨਾ ਰਹੱਸ ਹੈ। ਸੋ ਅਸੀਂ ਸਾਰਿਆਂ ਨੂੰ ਵੀ ਇਹ ਅਸੀਂ ਅਪੀਲ ਕਰਦੇ ਹਾਂ ਮਹਾਰਾਜ ਦੇ ਦਰ ਤੇ, ਇਹ ਅਰਦਾਸ ਕਰਦੇ ਹਾਂ ਕਿ ਸਾਡੀ ਕੌਮ ਨੂੰ, ਸਾਡੇ ਵੀਰਾਂ ਨੂੰ, ਸਾਡੇ ਭੈਣਾਂ ਨੂੰ ਆਪਣਾ ਵਿਸਮਾਦ ਦੇਵੇ ਔਰ ਆਪਣਾ ਆਨੰਦ ਸਾਡੇ ਹਿਰਦਿਆਂ ਦੇ ਵਿੱਚ ਸਦਾ ਬਰਕਰਾਰ ਰੱਖੇ। ਭੁੱਲਾਂ ਦੀ ਖਿਮਾ। ਬਹੁਤ ਧੰਨਵਾਦ। ਸੋ ਅਸੀਂ ਇੱਥੇ ਤੁਹਾਡੇ ਤੋਂ ਵਿਦਾ ਲੈਂਦੇ ਹਾਂ, ਜਲਦੀ ਹਾਜ਼ਰ ਹੁੰਦੇ ਹਾਂ ਅਗਲੇ ਹਫ਼ਤੇ ਇੱਕ ਹੋਰ ਨਵੇਂ ਅਧਿਆਏ ਦੇ ਨਾਲ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।